ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲੱਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਵੀ ਜ਼ਰੂਰ ਇਕੱਠੀ ਕਰਦੇ ਰਹੋ। ਇਹ ਤੁਹਾਡੀ ਆਪਣੀ ਕਮਾਈ ਆ, ਜਿਹੜਾ ਤੁਹਾਡੇ ਕੋ ਕੋਈ ਖੋ ਨਹੀਂ ਸਕਦਾ। ਤੇ ਇਸ ਲਈ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਤੁਸੀਂ ਕਈ ਸੰਗਤ ਬੇਨਤੀ ਕਰਦੀ ਆ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ ਕਿ ਅੰਮ੍ਰਿਤ ਵੇਲੇ ਅੱਖ ਖੁੱਲ ਜਾ ਕਰੇ। ਤੁਸੀਂ ਕਿਰਪਾ ਕਰੋ ਕਿ ਭਜਨ ਸਿਮਰਨ ਕਰੀਏ। ਜਦ ਤੱਕ ਤੁਸੀਂ ਕਿਰਪਾ ਨਹੀਂ ਕਰਦੇ, ਜਦ ਤੱਕ ਗੁਰੂ ਕਿਰਪਾ ਨਹੀਂ ਕਰਦਾ ਜਾਂ ਪ੍ਰਮਾਤਮਾ ਕਿਰਪਾ ਨਹੀਂ ਕਰਦਾ, ਤਦ ਤੱਕ ਅਸੀਂ ਬਹਿ ਨਹੀਂ ਸਕਦੇ। ਇਹ ਉਹ ਕਿਰਪਾ ਕਰੂੰਗਾ ਤਾਂ ਹੀ ਅਸੀਂ ਬੈਠਾਂਗੇ। ਕਈਆਂ ਦੇ ਸਵਾਲ ਆ, ਪਰ ਅਸੀਂ ਸਵੇਰੇ ਰੋਟੀ ਖਾਂਦੇ ਆ, ਉਹ ਵੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਖਾਂਦੇ ਆ। ਉਦੋਂ ਨਹੀਂ ਅਸੀਂ ਪ੍ਰਮਾਤਮਾ ਨੂੰ ਕਹਿੰਦੇ, ਰੱਬ ਨੂੰ ਕਹਿੰਦੇ ਜਾਂ ਗੁਰੂ ਨੂੰ ਕਹਿੰਦੇ ਕਿ ਗੁਰੂਦੇਵ ਤੁਸੀਂ ਕਿਰਪਾ ਕਰੋ, ਮੈਂ ਰੋਟੀ ਖਾ ਲਵਾਂ। ਰੋਟੀ ਤੁਸੀਂ ਆਪਣੀ ਮਰਜ਼ੀ ਨਾਲ ਖਾ ਲੈਂਦੇ ਹੋ, ਕੰਮਕਾਰ ਤੁਸੀਂ ਆਪਣੀ ਮਰਜ਼ੀ ਨਾਲ ਕਰ ਲੈਂਦੇ ਹੋ, ਫਿਲਮ ਦੇਖਣ ਜਾਂਦੇ ਹੋ ਆਪਣੀ ਮਰਜ਼ੀ ਨਾਲ ਜਾਂਦੇ ਹੋ, ਵਿਆਹ ਸ਼ਾਦੀਆਂ ਤੇ ਜਾਂਦੇ ਹੋ ਆਪਣੀ ਮਰਜ਼ੀ ਨਾਲ ਜਾਂਦੇ ਹੋ। ਕੋਈ ਮਰ ਜਾਂਦਾ ਤਾਂ ਵੀ ਤੁਸੀਂ ਆਪਣੀ ਮਰਜ਼ੀ ਨਾਲ ਜਾਂਦੇ ਹੋ। ਕੋਈ ਖੁਸ਼ੀ ਦਾ ਪ੍ਰੋਗਰਾਮ ਆਉਂਦਾ ਤਾਂ ਵੀ ਤੁਸੀਂ ਆਪਣੀ ਮਰਜ਼ੀ ਨਾਲ ਜਾਂਦੇ ਹੋ। ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੋਵੇ ਤੁਸੀਂ ਉਹ ਵੀ ਆਪਣੀ ਮਰਜ਼ੀ ਨਾਲ ਕਰਦੇ ਹੋ। ਕਿਸੇ ਘਰ ਜਾਣਾ ਹੋਵੇ ਉਹ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ। ਨਵੀਂ ਗੱਡੀਆਂ ਲੈ ਕੇ ਆਉਣੀਆਂ ਹੋਣ, ਨਵੀਆਂ ਕਾਰਾਂ ਲੈਣ ਜਾਣਾ ਹੋਵੇ ਤਾਂ ਉਹ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ। ਉਦੋਂ ਕਿਉਂ ਨਹੀਂ ਤੁਹਾਨੂੰ ਰੱਬ ਯਾਦ ਆਉਂਦਾ ਹੈ? ਦੁਨਿਆਵੀ ਚੀਜ਼ਾਂ ਵਾਸਤੇ ਤੁਹਾਨੂੰ ਰੱਬ ਦੀ ਲੋੜ ਨਹੀਂ ਪੈਂਦੀ, ਉਦੋਂ ਤੁਸੀਂ ਉਹਨੂੰ ਭੁੱਲ ਜਾਂਦੇ ਆ। ਹਾਂ, ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਆ, ਬੰਦਗੀ ਕਰਨ ਦੀ ਵਾਰੀ ਆਉਂਦੀ ਆ, ਪਾਠ ਕਰਨ ਦੀ ਵਾਰੀ ਆਉਂਦੀ ਆ, ਤੇ ਕਹਿੰਦੇ ਬਾਬਾ ਜੀ ਕਿਰਪਾ ਕਰਨਗੇ ਤਾਂ ਹੀ ਅਸੀਂ ਬੈਠਾਂਗੇ, ਪਰਮਾਤਮਾ ਕਿਰਪਾ ਕਰੇਗਾ ਤਾਂ ਹੀ ਅਸੀਂ ਬੈਠਾਂਗੇ। ਸਾਰੇ ਕੰਮ ਤਾਂ ਅਸੀਂ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਹਾਂ। ਦੁਨੀਆ ਦੇ ਸਾਰੇ ਕੰਮ ਅਸੀਂ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਹਾਂ। ਫਿਰ ਬੰਦਗੀ ਕਿਉਂ ਨਹੀਂ ਆਪਣੀ ਮਰਜ਼ੀ ਨਾਲ ਹੁੰਦੀ? ਭਗਤੀ ਕਿਉਂ ਨਹੀਂ ਆਪਣੀ ਮਰਜ਼ੀ ਨਾਲ ਹੁੰਦੀ? ਇਹ ਸਭ ਨਾ ਕਰਨ ਦੇ ਬਹਾਨੇ ਆ, ਹਨਾ? ਇਹ ਸਭ ਨਾ ਕਰਨ ਦੇ ਬਹਾਨੇ ਆ। ਜਿਹਨੂੰ ਆਪਣੇ ਗੁਰੂ ਨਾਲ ਪ੍ਰੇਮ ਹੋਵੇ, ਆਪਣੇ ਰੱਬ ਨਾਲ ਪ੍ਰੇਮ ਹੋਵੇ, ਤਾਂ ਉਹ ਜ਼ਰੂਰ ਭਜਨ ਸਿਮਰਨ ਕਰਦਾ। ਫਿਰ ਉਹ ਇਹ ਨਹੀਂ ਕਹਿੰਦਾ ਕਿ ਮੈਨੂੰ ਉਠਾਵੇਗਾ ਤਾਂ ਹੀ ਮੈਂ ਉੱਠੂਗਾ। ਜਿਸ ਨੂੰ ਆਪਣੇ ਗੁਰੂ ਦਾ ਡਰ ਹੈ ਕਿ ਮੇਰਾ ਗੁਰੂ ਨਾਰਾਜ਼ ਨਾ ਹੋ ਜਾਵੇ ਜੇ ਮੈਂ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਕਿ ਗੁਰੂ ਮੇਰਾ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ, ਉਹ ਜ਼ਰੂਰ ਭਗਤੀ ਕਰੇਗਾ। ਉਹ ਜ਼ਰੂਰ ਉਹ ਸਿਮਰਨ ਕਰਦੇ ਆ। ਜਿਹਨੂੰ ਆਪਣੇ ਗੁਰੂ ਦਾ ਡਰ ਹੀ ਹੈ ਨਹੀਂ, ਉਹ ਲੋਕ ਇਹੋ ਜਿਹੇ ਬਹਾਨੇ ਬਣਾਉਂਦੇ ਆ। ਜਿਹਨੂੰ ਆਪਣੇ ਸੱਚੇ ਦਿਲੋਂ ਆਪਣੇ ਗੁਰੂ ਨਾਲ ਪ੍ਰੇਮ ਆ, ਉਸ ਪਰਮਾਤਮਾ ਨਾਲ, ਉਸ ਅੱਲਾ ਵਾਹਿਗੁਰੂ ਨਾਲ ਪ੍ਰੇਮ ਆ, ਹਨਾ, ਉਹ ਜੋ ਬੰਦਗੀ ਕਰੇਗਾ। ਜਿਹੜੀ 84 ਲੱਖ ਜੋਨੀਆਂ, ਇਹ ਸਾਰੇ ਕਰਮ ਜੋਨੀ ਦੇ ਵਿੱਚ ਆ। ਸਭ ਤੋਂ ਉੱਤਮ ਜੋਨੀ ਮਨੁੱਖੀ ਜੋਨੀ ਆ, ਮਨੁੱਖੀ ਜਨਮ ਆ। 84 ਲੱਖ ਜੋਨੀਆਂ ਤੋਂ ਬਾਅਦ ਇਹ ਸਰੀਰ ਸਾਨੂੰ ਮਿਲਦਾ। ਜਿਹੜੀ ਮਨੁੱਖ ਦੀ ਜੋਨੀ ਆ, ਇਹ ਮਨੁੱਖੇ ਚੋਲਾ ਆ, ਮਨੁੱਖੇ ਜਨਮ ਆ, ਮਨੁੱਖ ਜਨਮ ਆ। ਇਹ ਕਰਮ ਦੇ ਵਿੱਚ ਜਕੜਿਆ ਹੋਇਆ। ਇਹ ਸੰਸਾਰ ਕਰਮ ਭੂਮੀ ਆ। ਇਨਸਾਨ ਕਰਮ ਦੇ ਚੱਕਰਾਂ ਦੇ ਵਿੱਚ ਜਕੜਿਆ ਹੋਇਆ। ਜਿੱਦਾਂ ਉਹ ਕਰਮ ਕਰੇਗਾ ਉਹ ਜਿਹਾ ਉਹਨੂੰ ਫਲ ਮਿਲੇਗਾ। ਤੁਸੀਂ ਇੱਕ ਕਦਮ ਵਧਾਓਗੇ ਪ੍ਰਮਾਤਮਾ ਦੇ ਵੱਲ,
ਪ੍ਰਮਾਤਮਾ 2 ਕਦਮ ਵਧਾਏਗਾ। ਤੁਸੀਂ 2 ਕਦਮ ਵਧਾਓਗੇ, ਪ੍ਰਮਾਤਮਾ 4 ਕਦਮ ਤੁਹਾਡੇ ਵੱਲ ਵਧਾਏਗਾ। ਤੁਸੀਂ 4 ਕਦਮ ਚੱਲੋਗੇ, ਪ੍ਰਮਾਤਮਾ 10 ਕਦਮ ਚੱਲ ਕੇ ਤੁਹਾਡੇ ਕੋਲ ਆਵੇਗਾ। ਪਰ ਤੁਸੀਂ ਚੱਲਦੇ ਹੀ ਨਹੀਂ, ਨਾ ਕਰਨ ਦੇ ਬਹਾਨੇ ਕਿ ਬਾਬਾ ਜੀ ਮੈਨੂੰ ਤੁਸੀਂ ਉਠਾਉਂਦੇ ਹੀ ਨਹੀਂ ਹੈਗੇ, ਬਾਬਾ ਜੀ ਤੁਸੀਂ ਕਿਰਪਾ ਨਹੀਂ ਕਰਦੇ, ਇਹ ਤਾਂ ਤੁਸੀਂ ਕਿਰਪਾ ਕਰੀ ਤਾਂ ਉਠਾਂਗੇ। ਦੁਨੀਆ ਦੇ ਸਾਰੇ ਕੰਮ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ। ਜਦੋਂ ਰੱਬ ਦੀ ਵਾਰੀ ਆਉਂਦੀ ਆ, ਜਦੋਂ ਸਿਮਰਨ ਦੀ ਵਾਰੀ ਆਉਂਦੀ ਹੈ, ਬੰਦਗੀ ਕਰਨ ਦੀ ਵਾਰੀ ਆਉਂਦੀ ਆ, ਉਦੋਂ ਕਹਿੰਦੇ ਰੱਬ ਆਪ ਹੀ ਕਰੇਗਾ। ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ 1 ਕਦਮ ਵਧਾਓਗੇ, ਪ੍ਰਮਾਤਮਾ 2 ਕਦਮ ਵਧਾਵੇਗਾ। ਤੁਸੀਂ 4 ਕਦਮ ਵਧਾਓਗੇ, ਪ੍ਰਮਾਤਮਾ 8 ਕਦਮ ਵਧਾਵੇਗਾ। ਤੁਸੀਂ ਕੋਸ਼ਿਸ਼ ਤਾਂ ਕਰੋ, ਬੈਠਣ ਦੀ ਕੋਸ਼ਿਸ਼ ਤਾਂ ਕਰੋ। ਮਨ ਲੱਗੇ ਨਾ ਲੱਗੇ, ਕੁਝ ਦਿਖੇ ਨਾ ਦਿਖੇ, ਕੁਝ ਮਹਿਸੂਸ ਹੋਵੇ ਨਾ ਹੋਵੇ, ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ, ਰੋਜ਼ ਧਿਆਨ ਲਗਾਉਂਦੇ ਰਹੋ। ਕੋਸ਼ਿਸ਼ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਗੱਲ ਬਣ ਜਾਵੇਗੀ। ਜੇ ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ, ਫਿਰ ਸਾਡੀ ਗੱਲ ਨਹੀਂ ਕਦੇ ਬਣ ਸਕਦੀ। ਅਸੀਂ ਦਿੱਲੀ ਜਾਣਾ ਹੋਵੇ, ਹਨਾ, ਜੇ ਚੱਲਾਂਗੇ ਤਾਂ ਹੀ ਪਹੁੰਚਾਂਗੇ। ਜੇ ਖੜੇ ਰਵਾਂਗੇ ਇੱਕ ਜਗ੍ਹਾ, ਚੱਲਾਂਗੇ ਨਹੀਂ, ਤਾਂ ਕਦੇ ਵੀ ਅਸੀਂ ਦਿੱਲੀ ਪਹੁੰਚ ਨਹੀਂ ਸਕਦੇ, ਆਪਣੀ ਮੰਜ਼ਿਲ ਤੇ ਪਹੁੰਚ ਹੀ ਨਹੀਂ ਸਕਦੇ। ਇਸੇ ਤਰ੍ਹਾਂ ਜੇ ਤੁਸੀਂ ਰੱਬ ਨੂੰ ਪਾਣਾ ਚਾਹੁੰਦੇ ਹੋ, ਉਹਨੂੰ ਮਹਿਸੂਸ ਕਰਨਾ ਚਾਹੁੰਦੇ ਹੋ, ਉਹਨੂੰ ਦੇਖਣਾ ਚਾਹੁੰਦੇ ਹੋ, ਹਨਾ, ਤੁਹਾਨੂੰ ਇੱਕ ਕੋਸ਼ਿਸ਼ ਕਰਨੀ ਹੀ ਪੈਣੀ ਹੈ। ਔਰ ਬੰਦਗੀ ਤੁਸੀਂ ਆਪਣੇ ਵਾਸਤੇ ਕਰਨੀ ਹੈ, ਭਗਤੀ ਤੁਸੀਂ ਆਪਣੇ ਵਾਸਤੇ ਕਰਨੀ ਹੈ, ਸਿਮਰਨ ਤੁਸੀਂ ਆਪਣੇ ਵਾਸਤੇ ਕਰਨਾ। ਇਹ ਕੋਈ ਤੁਸੀਂ ਆਪਣੇ ਗੁਰੂ ਤੇ ਅਹਿਸਾਨ ਨਹੀਂ ਕਰਨਾ। ਤੁਸੀਂ ਆਪਣੇ ਗੁਰੂ ਤੇ ਅਹਿਸਾਨ ਨਹੀਂ ਕਰਦੇ ਹੋ, ਜਾਂ ਰੱਬ ਤੇ ਅਹਿਸਾਨ ਨਹੀਂ ਕਰਦੇ ਤੁਸੀਂ। ਇਹਦਾ ਫਾਇਦਾ ਇਹ ਤੁਹਾਨੂੰ ਹੀ ਆ। ਤੁਸੀਂ ਆਪਣੀ ਲੋੜ ਨੂੰ ਕਰਨਾ ਹੈ। ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਸਿਮਰਨ ਕਰੋ। ਬਾਦਸ਼ਾਹ ਬਣਨਾ ਚਾਹੁੰਦੇ ਹੋ ਤਾਂ ਸਿਮਰਨ ਕਰੋ। ਰੱਬ ਨੂੰ ਪਾਣਾ ਚਾਹੁੰਦੇ ਆ ਤਾਂ ਸਿਮਰਨ ਕਰੋ। ਸੱਚੇ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਸਿਮਰਨ ਕਰੋ। ਅੰਦਰ ਆਨੰਦ ਲੈਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ। ਕਰਕੇ ਹੀ ਮਿਲਣਾ ਹੈ, ਗੱਲਾਂ ਨਾਲ ਕੁਝ ਨਹੀਂ ਹੈਗਾ। ਐਵੇਂ ਬਹਾਨੇ ਨਾ ਬਣਾਇਆ ਕਰੋ, ਝੂਠ ਨਾ ਬੋਲਿਆ ਕਰੋ। ਉੱਠ ਕੇ ਸਵੇਰੇ ਬੈਠ ਜਾਇਆ ਕਰੋ। ਅੰਮ੍ਰਿਤ ਵੇਲੇ ਸੰਭਾਲਣ ਦੀ ਕੋਸ਼ਿਸ਼ ਕਰੋ। ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਦਾ ਅਭਿਆਸ ਕਰੋ, ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਰੋਜ਼ ਦਾ ਇੱਕ ਨੇਮ ਆਪਣਾ ਬਣਾਓ। ਨੇਮ ਤੁਹਾਡਾ ਪੱਕਾ ਹੋਊਗਾ, ਤੁਸੀਂ ਰੋਜ਼ ਬੰਦਗੀ ਤੇ ਬੈਠੋਗੇ, ਰੋਜ਼ ਤੁਸੀਂ ਸਿਮਰਨ ਕਰੋਗੇ, ਇੱਕ ਨਾ ਇੱਕ ਦਿਨ ਗੁਰੂਦੇਵ ਕਿਰਪਾ ਕਰਨਗੇ, ਤੁਹਾਨੂੰ ਪਰਮਾਤਮਾ ਦੇ ਨਾਲ ਮਿਲਾ ਦੇਣਗੇ, ਉਹਦੇ ਦਰਸ਼ਨ ਦੀਦਾਰ ਕਰਾ ਦੇਣਗੇ। ਇੱਕ ਕਲਾਸ ਪਾਸ ਕਰਨ ਨੂੰ 365 ਦਿਨ ਲੱਗਦੇ ਆ, ਠੀਕ ਹੈ ਨਾ। ਫਿਰ ਦੂਜੀ ਕਲਾਸ ਬੱਚਾ ਜਾਂਦਾ ਆ। ਇਸੇ ਤਰ੍ਹਾਂ ਇਹ ਨਹੀਂ ਆਪਾਂ ਇੱਕ ਦਿਨ ਬੈਠਣਾ ਬੰਦਗੀ ਦੇ, ਜਾਂ 2 ਦਿਨ ਬੈਠਣਾ, ਜਾਂ 10 ਦਿਨ ਬੰਦਗੀ ਤੇ ਬੈਠਣਾ। ਫਿਰ ਇਹ ਨਾ ਸੋਚੋ ਕਿ ਕੁਝ ਦਿਖਿਆ ਨਹੀਂ, ਕੁਝ ਮਹਿਸੂਸ ਨਹੀਂ ਹੋਇਆ। ਗੁਰੂ ਤੇ ਭਰੋਸਾ ਰੱਖ ਕੇ, ਗੁਰੂ ਤੇ ਵਿਸ਼ਵਾਸ ਰੱਖ ਕੇ ਇਕਾਗਰ ਹੋ ਕੇ ਬੈਠੋ ਸੀ, ਤੁਹਾਨੂੰ 10-15 ਦਿਨ ਚ ਕੁਝ ਨਾ ਕੁਝ ਮਹਿਸੂਸ ਹੋਵੇਗਾ, ਕੁਝ ਨਾ ਕੁਝ ਅਨੁਭਵ ਹੋਵੇਗਾ ਤੁਹਾਨੂੰ। ਅਸੀਂ ਤਾਂ ਹੁੱਕਾ ਦੇ ਹੀ ਜਾਣਾ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਬੰਦਗੀ ਕਰੋ, ਬੰਦਗੀ ਕਰੋ, ਬੰਦਗੀ ਕਰੋ। ਇਹ ਨਵੀਂ ਗੱਲ ਨਹੀਂ ਹੈਗੀ। ਜਦ ਇਹ ਸ੍ਰਿਸ਼ਟੀ ਬਣੀ ਆ, ਜਦ ਇਹ ਸੰਸਾਰ ਬਣਿਆ, ਇੰਨੇ ਸੰਤ ਮਹਾਂਪੁਰਸ਼ ਆਏ ਆ, ਸਾਰਿਆਂ ਨੇ ਇਹੀ ਹੁੱਕਾ ਦਿੱਤਾ, ਨਾਮ ਜਪੋ, ਨਾਮ ਜਪੋ, ਬੰਦਗੀ ਕਰੋ, ਭਗਤੀ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਹਨਾ। ਪਤਾ ਨਹੀਂ ਅਸੀਂ ਕਿਉਂ ਨਹੀਂ ਸਮਝਦੇ ਪਏ। ਸਾਨੂੰ ਕੁਦਰਤ ਸਭ ਕੁਝ ਸਮਝਾ ਰਹੀ ਆ, ਅਸੀਂ ਆਪਣੀ ਅੱਖਾਂ ਨਾਲ ਕਿੰਨੀ ਦੁਨੀਆ ਜਾਂਦੇ ਦੇਖਦੇ ਪਏ, ਕਿੰਨੀ ਦੁਨੀਆ ਨੂੰ ਜਾਂਦੇ ਦੇਖਦੇ ਪਏ। ਕਦੇ ਤੁਹਾਡੀ ਵਾਰੀ ਵੀ ਤਾਂ ਆਣੀ ਆ। ਤੁਸੀਂ ਉਹਦੀ ਖੋਜ ਕਿਉਂ ਨਹੀਂ ਕਰਦੇ? ਬਚਪਨ ਤੋਂ ਬਾਅਦ ਜਦੋਂ ਬੱਚਾ ਵੱਡਾ ਹੁੰਦਾ ਹੈ, ਜਵਾਨੀ ਦੇ ਵਿੱਚ ਪੈਰ ਰੱਖਦਾ, ਜਵਾਨ ਹੁੰਦਾ, ਤੂੰ ਜਿੰਨੀ ਮਰਜ਼ੀ ਉਹ ਕੋਸ਼ਿਸ਼ ਕਰ ਲੇ, ਉਹ ਬਚਪਨ ਵਾਪਸ ਨਹੀਂ ਆ ਸਕਦਾ।
ਜਵਾਨੀ ਤੋਂ ਬਾਅਦ ਫਿਰ ਬੁਢਾਪਾ ਆਉਂਦਾ ਆ। ਬੁੱਢਾ ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ, ਉਹ ਕਦੇ ਵੀ ਉਹਦੀ ਜਵਾਨੀ ਵਾਪਸ ਨਹੀਂ ਆ ਸਕਦੀ। ਸੂਰਜ ਸਵੇਰੇ ਚੜ੍ਹਦਾ, ਉਹ ਸ਼ਾਮ ਨੂੰ ਡੁੱਬਣਾ ਹੀ ਡੁੱਬਣਾ ਆ। ਸ਼ਾਮ ਨੂੰ ਸੂਰਜ ਢਲਣਾ ਹੀ ਢਲਣਾ ਆ। ਦਿਨ ਚੜਿਆ ਤੇ ਰਾਤ ਹੋਣੀ ਹੋਣੀ। ਇਸ ਦੇ ਵਿੱਚ ਜੋ ਸਮੇਂ ਆ, ਜੋ ਪੀਰੀਅਡ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਚਪਨ ਚਲਾ ਜਾਂਦਾ, ਜਵਾਨੀ ਆ ਜਾਂਦੀ ਆ, ਤਾਂ ਬਚਪਨ ਵਾਪਸ ਨਹੀਂ ਆਉਂਦਾ। ਜਵਾਨੀ ਤੋਂ ਬਾਅਦ ਬੁਢਾਪਾ ਆ ਜਾਂਦਾ, ਜਿੰਨੀ ਮਰਜ਼ੀ ਇਨਸਾਨ ਕੋਸ਼ਿਸ਼ ਕਰ ਲੇ, ਜਵਾਨੀ ਵਾਪਸ ਨਹੀਂ ਆਉਂਦੀ। ਫਿਰ ਉਸ ਤੋਂ ਬਾਅਦ ਐਂਡ, ਜ਼ਿੰਦਗੀ ਸਮਾਪਤੀ ਜ਼ਿੰਦਗੀ ਦੀ, ਜੀਵਨ ਦੀ। ਅਸੀਂ ਕਿਉਂ ਨਹੀਂ ਖੋਜ ਕਰਦੇ? ਕਿਉਂ ਨਹੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ? ਸੰਸਾਰ 'ਚ ਇਕੱਠਾ ਕਰਨ ਨੂੰ ਕੁਝ ਵੀ ਨਹੀਂ ਹੈਗਾ। ਤੁਸੀਂ ਇੱਕ ਵਾਰ ਗੁਰੂ ਦਾ ਕਹਿਣਾ ਮੰਨ ਕੇ ਚੱਲੋ ਸਹੀ। ਗੁਰੂ ਦਾ ਕਹਿਣਾ ਮੰਨ ਕੇ ਬੰਦਗੀ ਕਰੋ ਤਾਂ ਸਹੀ। ਜੋ ਤੁਹਾਨੂੰ ਸੱਚ ਦਾ ਅਨੁਭਵ ਹੋਵੇਗਾ, ਤੁਸੀਂ ਦੁਨੀਆ ਤੋਂ ਟੁੱਟਣਾ ਸ਼ੁਰੂ ਹੋ ਜਾਓਗੇ। ਦੁਨੀਆ ਤੁਹਾਨੂੰ ਝੂਠੀ ਨਜ਼ਰ ਆਉਣ ਲੱਗ ਪਈ। ਹੈ ਹੀ ਝੂਠੀ ਆ, ਇਹ ਸੱਚ ਆ, ਪਰ ਅਸੀਂ ਝੂਠ ਨੂੰ ਪਿਆਰ ਕਰੀ ਜਾ ਰਹੇ ਹਾਂ, ਝੂਠ ਪਿੱਛੇ ਭੱਜੀ ਜਾ ਰਹੇ ਹਾਂ। ਜਿਹੜਾ ਆਪਣਾ ਨਹੀਂ ਹੈਗਾ ਉਹਨੂੰ ਇਕੱਠਾ ਕਰੀ ਜਾ ਰਹੇ ਹਾਂ। ਜਿਹਨੇ ਕਦੇ ਸਾਥ ਨਹੀਂ ਦੇਣਾ ਸੀ ਉਹਨੂੰ ਇਕੱਠੇ ਕਰੀ ਜਾ ਰਹੇ, ਉਹਨਾਂ ਨਾਲ ਪਿਆਰ ਕਰੀ ਜਾ ਰਹੇ ਹਾਂ। ਜਿੰਨਾ ਪ੍ਰੇਮ ਕਰਨਾ ਸੀ, ਗੁਰੂ ਨਾਲ ਪ੍ਰੇਮ ਕਰਨਾ ਸੀ, ਪ੍ਰਮਾਤਮਾ ਨਾਲ ਪ੍ਰੇਮ ਕਰਦਾ ਸੀ, ਉਹਨਾਂ ਤਾਂ ਕਰਦੇ ਨਹੀਂ ਪਏ। ਸ੍ਰਿਸ਼ਟੀ ਜਿਹਨੇ ਬਣਾਈ ਆ, ਅਸੀਂ ਉਸ ਨੂੰ ਪ੍ਰੇਮ ਨਹੀਂ ਕਰਦੇ। ਅਸੀਂ ਉਹ ਸ੍ਰਿਸ਼ਟੀ ਨੂੰ ਪਿਆਰ ਕਰੀ ਜਾ ਰਹੇ, ਦੁਨੀਆ ਨੂੰ, ਸੰਸਾਰ ਨੂੰ ਪਿਆਰ ਕਰੀ ਜਾ ਰਹੇ। ਜਿਹਨੇ ਸੰਸਾਰ ਬਣਾਇਆ, ਅਸੀਂ ਉਸ ਨੂੰ ਪਿਆਰ ਕਿਉਂ ਨਹੀਂ ਕਰਦੇ? ਅਸੀਂ ਉਹਨੂੰ ਕਿਉਂ ਭੁੱਲੀ ਜਾ ਰਹੇ ਹਾਂ? ਸਾਨੂੰ ਉਹਦੀ ਯਾਦ ਕਿਉਂ ਨਹੀਂ ਆ ਰਹੀ? ਸੰਸਾਰ 'ਚ ਜੋ ਆਇਆ, ਉਹਨੇ ਇੱਕ ਨਾ ਇੱਕ ਦਿਨ ਜਾਣਾ ਆ। ਇਹ ਸੰਸਾਰ ਝੂਠਾ ਆ, ਇਹ ਭਰਮ ਆ ਇੱਕ। ਇਹ ਨਾਸ਼ਵਾਨ ਸੰਸਾਰ ਆ। ਐਡੇ ਵੱਡੇ ਰਾਜੇ ਮਹਾਰਾਜੇ ਆਏ ਆ, ਐਡੇ ਵੱਡੇ ਸੰਤ ਮਹਾਂਪੁਰਸ਼ ਆਏ ਆ, ਉਹ ਵੀ ਆ ਕੇ ਚਲੇ ਗਏ। ਤੁਸੀਂ ਵੀ ਇੱਕ ਨਾ ਇੱਕ ਦਿਨ ਜਾਣਾ ਆ। ਫਿਰ ਤੁਸੀਂ ਸਿਮਰਨ ਕਿਉਂ ਨਹੀਂ ਕਰਦੇ? ਤੁਸੀਂ ਬੰਦਗੀ ਕਿਉਂ ਨਹੀਂ ਕਰਦੇ? ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ। ਇੱਕ ਵਾਰ ਗੁਰੂ ਵਾਲੇ ਬਣ ਕੇ ਤਾਂ ਦੇਖੋ, ਗੁਰੂ ਦੇ ਬਣ ਕੇ ਤਾਂ ਦੇਖੋ, ਗੁਰੂ ਦੇ ਹੁਕਮ ਅਨੁਸਾਰ ਭਗਤੀ ਕਰਕੇ ਦੇਖੋ, ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਏਗਾ। ਟੁੱਟਾਂਗੇ ਤਾਂ ਹੀ ਜੁੜਾਂਗੇ। ਪ੍ਰਭੂ ਨਾਲ ਪ੍ਰੇਮ ਕਰੋ, ਭਗਤੀ ਕਰੋ, ਰੋਜ਼ ਅਭਿਆਸ ਕਰੋ, ਰੋਜ਼ ਅਭਿਆਸ ਕਰੋ। ਬਿਨ ਨਾਗਾ ਭਗਤੀ ਰੋਜ਼ ਕਰੋ। ਤੁਹਾਡੀ ਇੱਕ ਨਾ ਇੱਕ ਦਿਨ ਗੱਲ ਜ਼ਰੂਰ ਬਣ ਜਾਵੇਗੀ। ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ ਕਿ ਹਜੇ ਖੇਡਣ ਦੀ ਉਮਰ ਆ, ਜਾਂ ਕੰਮਕਾਰ ਕਰਨ ਦੀ ਉਮਰ ਆ, ਜਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੀ ਉਮਰ ਆ, ਹੈਨਾ, ਕਿ ਬੁੱਢੇ ਹੋ ਕੇ ਭਗਤੀ ਕਰਾਂਗੇ। ਪਲ ਦਾ ਭਰੋਸਾ ਨਹੀਂ ਹੈਗਾ। ਭਗਤੀ ਅੱਜ ਹੀ ਹੋ ਸਕਦੀ ਹੈ। ਅੱਜ ਦਾ ਕੰਮ ਅੱਜ ਹੀ ਕਰੋ। ਕੱਲ ਕਦੇ ਨਹੀਂ ਆਇਆ, ਕੱਲ ਨੇ ਫਿਰ ਅੱਜ ਹੋ ਜਾਣਾ। ਤੇ ਭਗਤੀ ਅੱਜ ਹੀ ਕਰੋ। ਘੜੀ ਦਾ ਭਰੋਸਾ ਨਹੀਂ ਹੈਗਾ, ਪਲ ਦਾ ਭਰੋਸਾ ਨਹੀਂ ਹੈਗਾ, ਕਦੋਂ ਕੀ ਹੋ ਜਾਵੇ। ਇਸ ਕਰਕੇ ਸਿਮਰਨ ਕਰਨਾ ਸ਼ੁਰੂ ਕਰੋ, ਬੰਦਗੀ ਕਰਨੀ ਸ਼ੁਰੂ, ਕੁਝ ਨਾ ਕੁਝ ਸਮਾਂ ਕੱਢਣਾ ਸ਼ੁਰੂ ਕਰੋ। 24 ਘੰਟੇ ਚੋਂ 2.5 ਘੰਟੇ ਘੱਟੋ ਘੱਟ ਰੋਜ਼ ਆਪਣੇ ਕੱਢ ਕੇ ਰੋਜ਼ ਬੰਦਗੀ ਕਰਿਆ ਕਰੋ, ਭਗਤੀ ਕਰਿਆ ਕਰੋ। 24 ਘੰਟਿਆਂ ਦੇ ਵਿੱਚੋਂ 8-10 ਘੰਟੇ ਕੰਮ ਕਰ ਲਓ, ਬਹੁਤ ਨੇ। 10 ਘੰਟੇ ਕੰਮ ਕਰੋ, 8 ਘੰਟੇ ਸੋ ਜਾਓ, 18 ਘੰਟੇ ਹੋ ਗਏ। 2-3 ਘੰਟੇ ਪਰਿਵਾਰ ਨੂੰ ਦੇ ਦਿਓ ਆਪਣੇ, 1-2 ਘੰਟੇ ਦੋਸਤਾਂ ਮਿੱਤਰਾਂ ਨੂੰ ਦੇ ਦਿਓ। ਬਹੁਤ ਨੇ। ਆਪਣਾ 24 ਘੰਟਿਆਂ 'ਚ ਆਪਣਾ ਸਮੇਂ ਕੱਢਣ ਦੀ ਕੋਸ਼ਿਸ਼ ਕਰੋ। ਤੁਸੀਂ ਮੇਨਟੇਨ ਕਰਨਾ ਆਪਣੇ ਆਪ ਨੂੰ, ਸਮੇਂ ਕਿੱਦਾਂ ਕੱਢਣਾ ਇਹ ਤੁਸੀਂ ਦੇਖਣਾ ਹੈਗਾ। ਤੁਸੀਂ ਇੱਕ ਕਦਮ ਵਧਾਓਗੇ ਤਾਂ ਪ੍ਰਮਾਤਮਾ ਨੇ 2 ਕਦਮ ਵਧਾਣੇ ਆ।
ਤੁਸੀਂ 2-4 ਕਦਮ ਚੱਲੋਗੇ, ਪ੍ਰਮਾਤਮਾ ਚਾਹੇ 8 ਕਦਮ ਚੱਲੂਗਾ। ਤੁਸੀਂ ਉਹਦੇ ਲਈ ਸਮਾਂ ਕੱਢੋ ਤੇ ਸੀ, ਫਿਰ ਉਹ ਵੀ ਸਮਾਂ ਤੁਹਾਡੇ ਲਈ ਕੱਢੂਗਾ। ਇਹ ਕਰਨੀ ਦਾ ਮਾਰਗ ਹੈ, ਇੱਕ ਵਾਰ ਕਰਕੇ ਦੇਖੋ, ਪ੍ਰੈਕਟੀਕਲ ਕਰੋ ਤਾਂ ਸਹੀ, ਤੁਹਾਡੀ ਗੱਲ ਜ਼ਰੂਰ ਬਣੇਗੀ। 8-10 ਘੰਟੇ ਕੰਮ ਕਰ ਲਓ, ਹੈ ਨਾ, 7 ਘੰਟੇ ਸੋ ਲਓ ਜਾਂ 8 ਘੰਟੇ ਸੋ ਲਓ, 18 ਘੰਟੇ ਹੋ ਗਏ, ਹੈ ਨਾ। 2-3 ਘੰਟੇ ਪਰਿਵਾਰ ਨੂੰ ਦੇ ਦਿਓ ਆਪਣੇ, ਹੈ ਨਾ, ਹੱਸ ਖੇਡ ਲਓ ਆਪਣੇ ਪਰਿਵਾਰ 'ਚ ਬਹਿ ਕੇ, ਹੈ ਨਾ, ਬੱਚਿਆਂ ਨੂੰ, ਘਰ ਵਾਲੇ ਨੂੰ, ਘਰ ਵਾਲੇ ਨੂੰ, ਮਾਂ-ਬਾਪ ਨੂੰ ਸਮਾਂ ਦੇ ਦਿਓ। ਬਾਕੀ ਘੰਟੇ ਤੁਸੀਂ ਸਿਮਰਨ ਕਰ ਸਕਦੇ, ਬੰਦਗੀ ਕਰ ਸਕਦੇ ਆ। ਤੁਸੀਂ ਆਪਣੇ ਸਮੇਂ ਨੂੰ ਮੇਨਟੇਨ ਕਰਨਾ, ਕਿੱਦਾਂ ਪ੍ਰਭੂ ਲਈ ਸਮਾਂ ਕੱਢਣਾ। ਅੱਜ ਤੁਸੀਂ ਸਮਾਂ ਕੱਢੋਗੇ, ਪ੍ਰਮਾਤਮਾ ਤੁਹਾਡੇ ਲਈ ਸਮਾਂ ਕੱਢੇਗਾ। ਮੁਸਲਮਾਨ ਤੋਂ ਇੱਕ ਗੱਲ ਬੜੀ ਸਿੱਖਣ ਨੂੰ ਮਿਲਦੀ ਆ। ਮੇਰੀ ਆਦਤ ਹੈ ਕਿ ਮੈਂ ਬੁਰਾਈ ਚੀਜ਼ਾਂ ਘੱਟ ਦੇਖਦਾ, ਅੱਛਾਈ ਚੀਜ਼ਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰਦਾ, ਹੈ ਨਾ। ਹਰ ਇਨਸਾਨ ਦੇ ਅੰਦਰ ਚੰਗੇ ਗੁਣ ਵੀ ਆ, ਮਾੜੇ ਗੁਣ ਵੀ ਆ, ਚਾਹੇ ਅਸੀਂ ਆ ਚਾਹੇ ਕੋਈ ਵੀ ਆ, ਠੀਕ ਹੈ ਨਾ। ਜੇ ਉਹਦੇ ਵਿੱਚ ਚੰਗੇ ਗੁਣ ਆ, ਉਹਦੇ ਮਾੜੇ ਗੁਣ ਵੀ ਉਹਦੇ ਵਿੱਚ ਹੈਗੇ ਆ। ਜੇ ਮਾੜੇ ਗੁਣ ਆ ਤੇ ਚੰਗੇ ਗੁਣ ਵੀ ਉਹਦੇ ਵਿੱਚ ਹੈਗੇ ਆ। ਮੁਸਲਮਾਨ ਲੋਕ ਕਦੇ ਦੇਖਿਆ ਤੁਸੀਂ, ਉਹ ਆਪਣਾ ਜਦੋਂ ਨਮਾਜ਼ ਦਾ ਟਾਈਮ ਆਉਂਦਾ, ਇਬਾਦਤ ਦਾ ਸਮਾਂ ਆਉਂਦਾ, ਉਹ ਸਾਰੇ ਕੰਮ ਛੱਡ ਕੇ ਬੰਦਗੀ ਕਰਦੇ, ਇਬਾਦਤ ਕਰਦੇ, ਆਪਣੀ ਨਮਾਜ਼ ਪੜ੍ਹਦੇ ਆ। ਕਿਤੇ ਵੀ, ਚਾਹੇ ਟ੍ਰੇਨ 'ਚ ਹੋਵੇ, ਚਾਹੇ ਕੋਈ ਸਫ਼ਰ ਕਰਦੇ ਹੋਣ, ਚਾਹੇ ਗੱਡੀ ਚਲਾਉਂਦੇ ਹੋਣ, ਜਦੋਂ ਨਮਾਜ਼ ਦਾ ਟਾਈਮ ਆਉਂਦਾ, ਉਹ ਰੁਕ ਕੇ ਪਹਿਲਾਂ ਨਮਾਜ਼ ਪੜ੍ਹਦੇ ਨੇ। ਆਪਣਾ ਕੰਮ ਕਰ ਰੋਕ ਕੇ, ਆਪਣੀ ਮਸ਼ੀਨਾਂ ਰੋਕ ਕੇ ਪਹਿਲਾਂ ਨਮਾਜ਼ ਪੜ੍ਹਦੇ ਆ, ਬੰਦਗੀ ਕਰਦੇ ਆ। ਕਿੱਦਾਂ ਨੇ ਉਹਨਾਂ ਨੂੰ ਰੱਬ ਮਿਲਦਾ, ਕਿੱਦਾਂ ਨੇ ਉਹਦੀ ਗੱਲ ਸੁਣੇਗਾ ਪ੍ਰਮਾਤਮਾ। ਤੁਸੀਂ ਲੋਕ ਪ੍ਰਮਾਤਮਾ ਨੂੰ ਸੰਸਾਰ ਦੇ ਕੰਮਾਂ ਵਾਸਤੇ ਭਗਤੀ ਛੱਡ ਦਿੰਦੇ ਹੋ। ਸੰਸਾਰ ਦੇ ਕੰਮਾਂ ਕਰਕੇ ਪਾਠ ਕਰਨਾ ਛੱਡ ਦਿੰਦੇ ਹੋ। ਕਦੇ ਦੇਖੋ ਸੀ ਪ੍ਰੈਕਟੀਕਲ, ਤੁਸੀਂ ਸੰਸਾਰ 'ਚ ਰਹਿੰਦੇ ਹੋ, ਤੁਸੀਂ ਦੇਖੋਗੇ। ਅਸੀਂ ਫੈਕਟਰੀ ਵਿੱਚ ਕੰਮ ਕਰਦੇ ਸੀ, ਆਪਣੀ ਪਰਮਾਤਮਾ ਦੀ ਕਿਰਪਾ ਨਾਲ ਫੈਕਟਰੀ ਲਗਾਈ ਆ। ਮੇਰੇ ਕੋਲ ਮੁਸਲਮਾਨ ਮੁੰਡੇ ਕੰਮ ਕਰਦੇ ਸੀ। ਜਦੋਂ ਨਮਾਜ਼ ਦਾ ਟਾਈਮ ਹੁੰਦਾ, ਉਹਨੇ ਮਸ਼ੀਨਾਂ ਰੋਕ ਦੇਣੀਆਂ, ਉੱਪਰ ਜਾ ਕੇ ਛੱਤ ਤੇ ਜਾ ਕੇ ਉਹਨਾਂ ਨੇ ਆਪਣੀ ਨਮਾਜ਼ ਪੜ੍ਹਨੀ ਆਪਣੀ। ਅਸੀਂ ਲੋਕ ਪਰ ਸੰਸਾਰ ਦੇ ਕੰਮਾਂ ਪਿੱਛੇ ਰੱਬ ਨੂੰ ਯਾਦ ਕਰਨੇ ਭੁੱਲ ਜਾਂਦੇ ਆ, ਉਹਦੀ ਬੰਦਗੀ ਕਰਨਾ ਹੀ ਭੁੱਲ ਜਾਂਦੇ ਆ। ਪਾਠ ਵੀ ਇਹੀ ਕਰਦੇ, ਚੱਲਦੇ ਫਿਰਦੇ ਫਟਾਫਟ ਰੱਟੇ ਲਾ ਰਹੇ, ਰੱਟੇ, ਬਸ ਪਾਠ ਹੋ ਗਿਆ ਜੀ। ਭਾਵਨਾ ਨਾ ਕਰੇ, ਅੰਦਰੋਂ ਜਗਾਓ ਸੇ ਆਪਣੇ ਆਪ ਨੂੰ। ਇੱਕ ਵਾਰ ਪਾਠ ਕਰਕੇ ਦੇਖੋ, ਕਿੱਦਾਂ ਨਹੀਂ ਆਨੰਦ ਮਿਲੇਗਾ। ਸਿਮਰਨ ਕਰਕੇ ਤਾਂ ਦੇਖੋ ਇੱਕ ਵਾਰ। ਅਸੀਂ ਸੰਸਾਰ ਦੇ ਕੰਮਾਂ ਨੂੰ ਪਹਿਲ ਦਿੰਦੇ ਆ, ਪਰਮਾਤਮਾ ਨੂੰ ਬਾਅਦ ਚੋਂ, ਭਗਤੀ ਬਾਅਦ ਚੋਂ ਕਰਦੇ ਆ। ਇੱਕ ਵਾਰ ਉਹਦੀ ਪਹਿਲ ਦੇ ਕੇ ਤਾਂ ਦੇਖੋ। ਸਵੇਰੇ ਅੰਮ੍ਰਿਤ ਵੇਲੇ ਸੰਭਾਲ ਕਰੋ, ਸਵੇਰੇ ਉੱਠ ਕੇ ਆਪਣਾ ਅਭਿਆਸ ਕਰੋ, 2-2.5 ਘੰਟੇ ਬੈਠੋ ਤੁਸੀਂ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਸਾਰੇ ਕੰਮ ਆਟੋਮੈਟਿਕ ਤੁਹਾਡੇ ਚੱਲਣ ਲੱਗ ਪਾਣੇ, ਤੁਹਾਡੇ ਜ਼ਿੰਦਗੀ ਆਸਾਨ ਹੋ ਜਾਣੀ ਹੈ, ਹਰ ਕੰਮ ਆਸਾਨ ਹੋ ਜਾਣਾ। ਇੱਕ ਵਾਰ ਸੱਚੇ ਦਿਲੋਂ ਦਾ ਬਣ ਕੇ ਤਾਂ ਦੇਖੋ। ਪੜ੍ਹ ਲਿਖ ਕੇ, ਅੱਜ ਲੋਕ ਪੜ੍ਹ ਲਿਖ ਕੇ ਸਾਨੂੰ ਪੜ੍ਹ ਲਿਖ ਕੇ ਕੀ ਸਿੱਖਿਆ ਕਿ ਯੰਤਰੀਆਂ ਤੇ ਵਿਸ਼ਵਾਸ ਕਰਨਾ ਆ, ਟੇਵਿਆਂ ਤੇ ਵਿਸ਼ਵਾਸ ਕਰਨਾ ਆ, ਹਨਾ, ਢਾਲਿਆਂ ਤੇ ਵਿਸ਼ਵਾਸ ਕਰਨਾ ਆ, ਨਾਰੀਅਲ ਤੇ ਵਿਸ਼ਵਾਸ ਕਰਨਾ। ਪੜ੍ਹ ਲਿਖ ਕੇ ਇਹ ਸਿੱਖਿਆ। ਨੀਲੇ ਪੀੜੇ ਮੁੰਦਰੀਆਂ ਹੱਥਾਂ 'ਚ ਪਾ ਲੈਣੀਆਂ ਆਪਾਂ। ਇਹਨਾਂ ਨੇ ਭਵਿੱਖ ਨਹੀਂ ਬਦਲਣਾ ਤੁਹਾਡਾ, ਇਹਨਾਂ ਨੇ ਜੀਵਨ ਨਹੀਂ ਬਦਲਣਾ। ਜੀਵਨ ਨੇ ਬਦਲਣਾ ਤੁਹਾਡੀ ਮਿਹਨਤ ਨੇ, ਤੁਹਾਡੇ ਕਰਮਾਂ ਨੇ, ਤੁਹਾਡੀ ਭਗਤੀ ਨੇ। ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ, ਪੂਰਾ ਭਰੋਸਾ, ਵਿਸ਼ਵਾਸ ਹੋਣਾ ਚਾਹੀਦਾ। ਆਪਣੀ ਮਿਹਨਤ ਕਰੋ ਦੱਬ ਕੇ। ਇਹੋ ਜਿਹੀ ਦੁਨੀਆ 'ਚ ਕੋਈ ਕੰਮ ਜਿਹੜਾ ਨਾ ਹੋ ਸਕੇ, ਸਾਰੇ ਕੰਮ ਹੁੰਦੇ ਆ। ਇਹ ਵਹਿਮਾਂ ਭਰਮਾਂ 'ਚੋਂ ਬਾਹਰ ਆ ਜਾਓ। ਇਹਨਾਂ ਨੇ ਤੁਹਾਡਾ ਭਵਿੱਖ ਨਹੀਂ ਬਦਲਣਾ, ਇਹਨਾਂ ਨੇ ਤੁਹਾਡਾ ਜੀਵਨ ਨਹੀਂ ਬਦਲਣਾ। ਪੈਸਾ ਵੀ ਬਰਬਾਦ, ਤੁਹਾਡਾ ਸਮੇਂ ਵੀ ਬਰਬਾਦ ਆ। ਆਪਣੇ ਜੀਵਨ, ਜਿਹੜਾ ਇਹ ਕੀਮਤੀ ਸਮਾਂ ਮਿਲਿਆ, ਜੀਵਨ ਮਿਲਿਆ, ਇਹਨੂੰ ਕਦਰ ਕਰੋ। ਇਹਦੀ ਤੁਹਾਡੀ ਮਿਹਨਤ ਨੇ ਤੁਹਾਡੇ ਹੱਥਾਂ ਦੀ ਲਕੀਰਾਂ ਨੂੰ ਬਦਲਣਾ ਆ। ਤੁਹਾਡੀ ਮਿਹਨਤ ਨੇ ਤੁਹਾਨੂੰ ਬਾਦਸ਼ਾਹ ਬਣਾਉਣਾ ਆ।
ਆਪਣੇ ਗੁਰੂ ਤੇ ਭਰੋਸਾ ਰੱਖ ਕੇ ਰੋਜ਼ ਅਭਿਆਸ ਕਰਨਾ ਸ਼ੁਰੂ ਕਰੋ। ਮੈਂ ਤਾਂ ਇਹ ਹੁੱਕਾ ਦਿੰਦੇ ਰਹਿਣਾ, ਅਸੀਂ ਤਾਂ ਹੁੱਕਾ ਦਿੰਦੇ ਰਹਿਣਾ, ਰੋਜ਼ ਹੀ ਕਹਿੰਦੇ ਨੇ ਸਿਮਰਨ ਕਰੋ 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 ਕਰੋ। ਤੁਸੀਂ ਵੀ ਢੀਠ ਹਾਂ, ਅਸੀਂ ਵੀ ਢੀਠ ਹਾਂ, ਅਸੀਂ ਬੋਲੀ ਜਾਣਾ ਬੋਲੀ ਜਾਣਾ। ਤੁਸੀਂ, ਤੁਹਾਡੇ ਮਨ 'ਚ ਵਿਚਾਰ ਨਹੀਂ ਆਉਂਦਾ ਕਦੇ ਤੁਸੀਂ ਸੋਚਦੇ ਨਹੀਂ ਹੈਗੇ ਕਿ ਇੱਕ ਇਨਸਾਨ ਨੂੰ ਸਾਡੇ ਤੋਂ ਕੋਈ ਮਤਲਬ ਨਹੀਂ ਹੈਗਾ, ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਫਿਰ ਵੀ ਰੋਜ਼ ਹੁੱਕਾ ਦੇ ਰਿਹਾ, ਨਾਮ ਜਪੋ ਨਾਮ ਜਪੋ ਨਾਮ ਜਪੋ, ਬੰਦਗੀ ਕਰੋ ਬੰਦਗੀ ਕਰੋ। ਰੋ ਇੱਕ ਬੰਦਾ ਹੁੱਕਾ ਦੇ ਰਿਹਾ, ਕੋਈ ਨਾ ਕੋਈ ਇਹਦਾ ਕਾਰਨ ਹੈਗਾ, ਇਹ ਹੁੱਕਾ ਕਾਹਤੇ ਦੇ ਰਿਹਾ? ਔਰ ਹੁੱਕਾ ਵੀ ਤੁਹਾਡੇ ਫਾਇਦੇ ਵਾਸਤੇ ਆ, ਉਹਦਾ ਫਾਇਦਾ ਵੀ ਤੁਹਾਨੂੰ ਆ। ਭਗਤੀ ਤੁਸੀਂ ਕਰਨੀ ਹੈ, ਫਾਇਦਾ ਤੁਹਾਨੂੰ ਹੀ ਹੈ, ਨਾ ਮੈਨੂੰ ਹੋਣ ਵਾਲਾ, ਨਾ ਮੇਰੇ ਗੁਰੂ ਨੂੰ ਹੋਣ ਵਾਲਾ, ਨਾ ਕਿਸੇ ਨੂੰ ਹੋਣ ਵਾਲਾ। ਤੁਹਾਡੀ ਭਗਤੀ ਤੁਹਾਨੂੰ ਹੀ ਫਾਇਦਾ ਹੈ ਇਹਦਾ। ਆਪਣੇ ਮਿਹਨਤ ਤੇ ਵਿਸ਼ਵਾਸ ਰੱਖੋ, ਆਪਣਾ ਮਿਹਨਤ ਕਰੋ ਦੱਬ ਕੇ, ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ। ਇਹੋ ਜਿਹੇ ਕੋਈ ਮਾੜੇ ਕਰਮ ਨਾ ਕਰੋ ਜਿਹਦਾ ਭੁਗਤਾਨ ਤੁਹਾਨੂੰ ਅੱਗੇ ਜਾ ਕਰਨਾ ਪਵੇ। ਅਸੀਂ ਅੱਜ ਕਿਸੇ ਨੂੰ ਸੁੱਖ ਦੇਵਾਂਗੇ ਤਾਂ ਹੀ ਤੁਹਾਨੂੰ ਸੁੱਖ ਮਿਲੇਗਾ, ਕਿਸੇ ਨੂੰ ਖੁਸ਼ੀਆਂ ਦੇਵਾਂਗੇ ਤਾਂ ਹੀ ਸਾਨੂੰ ਖੁਸ਼ੀਆਂ ਮਿਲਣਗੀਆਂ। ਕਿਸੇ ਨੂੰ ਦੁੱਖ ਦੇ ਕੇ ਖੁਸ਼ੀ ਦੀ ਆਸ ਨਾ ਰੱਖੋ, ਕਿਸੇ ਨੂੰ ਦੁੱਖ ਦੇ ਕੇ ਸੁੱਖ ਦੀ ਆਸ ਨਾ ਰੱਖੋ। ਕਦੇ ਕਿਸੇ ਨੂੰ ਦੁੱਖ ਦੇ ਕੇ ਸੁੱਖ ਨਹੀਂ ਮਿਲਿਆ। ਜੇ ਤੁਸੀਂ ਸੁੱਖ ਚਾਹੁੰਦੇ ਹੋ, ਖੁਸ਼ੀਆਂ ਚਾਹੁੰਦੇ ਹੋ, ਤਾਂ ਖੁਸ਼ੀਆਂ ਵੰਡਣੀਆਂ ਸਿੱਖੋ। ਅਸੀਂ ਪਹਿਲਾਂ ਹੀ ਕਰਮਾਂ ਦੇ ਜਾਲ ਵਿੱਚ ਜਕੜੇ ਹੋਏ ਆ। ਸੰਸਾਰ ਕਿਉਂਕਿ ਇਹ ਕਰਮ ਭੂਮੀ ਆ, ਜਿੱਦਾਂ ਅਸੀਂ ਕਰਮ ਕਰਾਂਗੇ ਸਾਨੂੰ ਉਹ ਜਿਹਾ ਫਲ ਮਿਲਣਾ ਆ। ਠੀਕ ਹੈ ਨਾ? ਅੱਛਾ ਕਰਾਂਗੇ ਅੱਛਾ ਮਿਲੇਗਾ, ਮਾੜਾ ਕਰਾਂਗੇ ਮਾੜਾ ਮਿਲੇਗਾ। ਠੀਕ ਹੈ? ਇਹ 'ਚ ਨਾ ਗੁਰੂ ਦਾ ਕੋਈ ਲੈਣਾ ਦੇਣਾ, ਨਾ ਪ੍ਰਮਾਤਮਾ ਦਾ ਕੋਈ ਲੈਣਾ ਦੇਣਾ। ਪਿਛਲੇ ਕਰਮ ਜੋ ਕੀਤੇ ਆ, ਪਿਛਲੇ ਜਨਮ ਜੋ ਕਰਮ ਕੀਤੇ, ਉਹਦੇ ਸਾਨੂੰ ਇਹ ਸਰੀਰ ਮਿਲਿਆ, ਇਹ ਜਾਮਾ ਮਿਲਿਆ। ਨਾਲ ਨਾਲ ਅਸੀਂ ਉਹਦਾ ਭੁਗਤਾਨ ਕਰਦੇ, ਨਾਲ ਨਾਲ ਅਸੀਂ ਨਵੇਂ ਵੀ ਕਰਮ ਕਰੀ ਜਾ ਰਹੇ ਹਾਂ। ਮੇਰੀ ਆਪ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਸਾਰਿਆਂ ਨਾਲ ਪ੍ਰੇਮ ਕਰੋ, ਇੱਕ ਦੂਜੇ ਨਾਲ ਪ੍ਰੇਮ ਕਰੋ। ਠੀਕ ਆ? ਉਹ ਦੂਸਰਾ, ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ। ਕਿਸੇ ਕੋ ਕੋਈ ਚੀਜ਼ ਪੈਸਾ ਲਿੱਤਾ, ਉਹਨੂੰ ਟਾਈਮ ਸਿਰ ਵਾਪਸ ਕਰ ਦਿੱਤੋ। ਠੀਕ ਹੈ ਨਾ? ਸਮੇਂ ਸੇ ਜੇ ਕੋਈ ਚੀਜ਼ ਕੋਈ ਲਿੱਤੀ, ਉਹਨੂੰ ਟਾਈਮ ਸਿਰ ਵਾਪਸ ਕਰ ਦਿਓ। ਨਵੇਂ ਕਰਮ ਨਾ ਇਕੱਠੇ ਕਰੋ। ਅੱਜ ਤੁਸੀਂ ਦੁਖੀ ਹੋ, ਕੱਲ ਜਾ ਕੇ ਫੇਰ ਦੁਖੀ ਬਣ ਜਾਣਾ। ਇਸ ਜਨਮ ਦਾ ਹਿਸਾਬ ਤਾਂ ਇਸੇ ਜਨਮ 'ਚ ਖਤਮ ਕਰ ਲਓ ਆਪਣਾ। ਜੇ ਕਿਸੇ ਕੋ ਕੋਈ ਪੈਸਾ ਦੇਣਾ, ਕਿਸੇ ਦਾ ਕੋਈ ਚੀਜ਼ ਕਿਸੇ ਦੇਣੀ ਹੈ, ਦੇ ਦਿਓ, ਟਾਈਮ ਸਿਰ ਮੋੜ ਦਿਓ। ਨਹੀਂ ਤਾਂ ਅਗਲੇ ਜਨਮ 'ਚ ਇਹੀ ਲੋਕਾਂ ਨੇ ਤੁਹਾਡੇ ਧੀਆਂ ਪੁੱਤਰ ਬਣ ਕੇ ਤੁਹਾਡਾ ਲਹੂ ਪੀਣਾ ਆ। ਕਿਉਂਕਿ ਜਿਹੜੇ ਕੁੜੀਆਂ ਮੁੰਡੇ ਹੁੰਦੇ ਨੇ, ਸਾਨੂੰ ਮੁੰਡਾ ਕੁੜੀ ਮਿਲਦੇ ਨੇ, ਇਹ ਸਾਨੂੰ ਕਰਮਾਂ ਅਨੁਸਾਰ ਮਿਲਦੇ ਨੇ, ਦੇਣ ਲੈਣ ਦੇ ਸੰਬੰਧ ਹੁੰਦੇ ਨੇ। ਫਿਰ ਇਹ ਆਪਣੇ ਜਨਮ ਮੁੰਡੇ ਕੁੜੀਆਂ ਬਣ ਕੇ ਆ ਜਾਂਦੇ ਹੁੰਦੇ ਆ। ਠੀਕ ਹੈ ਨਾ? ਫਿਰ ਬੱਚੇ ਦੇਖਿਆ ਨਾ, ਆਪਾਂ ਸੰਸਾਰ ਦੇਖਦੇ ਆ ਕਿੱਦਾਂ ਬੱਚੇ ਲਹੂ ਪੀਂਦੇ ਆ ਮਾਂ-ਬਾਪ ਦਾ ਆਪਣੇ, ਹਨਾ? ਸੁੱਖਾ ਮੰਗ ਕੇ ਮੁੰਡੇ ਲਿੱਤੇ ਹੁੰਦੇ ਆ, ਵੱਡੇ ਹੋ ਕੇ ਕਿੰਨਾ ਪਰਿਵਾਰ ਨੂੰ ਪਰੇਸ਼ਾਨ ਕਰਦੇ ਆ। ਜਾਂ ਧੀਆਂ ਦੇਖ ਲਓ, ਹਨਾ? ਇਹ ਦੇਣ ਲੈਣ ਦੇ ਸੰਬੰਧ ਹੁੰਦੇ ਨੇ ਆਪਣੇ। ਜਿਹੋ ਜਿਹਾ ਅਸੀਂ ਕਰਮ ਕਰਾਂਗੇ ਸਾਨੂੰ ਉਹ ਜਿਹਾ ਹੀ ਫਲ ਮਿਲਣਾ ਹੈ। ਕਿਸੇ ਦਾ ਕੁਝ ਦੇਣਾ ਤੇ ਦੇ ਦਿਓ ਟਾਈਮ ਸਿਰ। ਕਿਸੇ ਕੋਈ ਚੀਜ਼ ਲਿੱਤੀ, ਉਹ ਸਮੇਂ ਸਿਰ ਵਾਪਸ ਕਰ ਦਿਓ। ਪੈਸਾ ਲਿੱਤਾ, ਪੈਸੇ ਸਮੇਂ ਸਿਰ ਵਾਪਸ ਕਰ ਦਿਓ। ਉਧਾਰ ਲਿੱਤਾ, ਸਮੇਂ ਸਿਰ ਨੂੰ ਚੁਕਾ ਦਿਓ। ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰੋ, ਅੱਛੇ ਕਰਮ ਕਰੋ। ਜੇ ਇਸ ਜਨਮ ਤੁਸੀਂ ਦੁੱਖ ਭੋਗਦੇ ਪਏ ਆ ਤਾਂ ਅੱਛੇ ਕਰਮ ਕਰੋ ਕਿ ਪ੍ਰਮਾਤਮਾ ਸ਼ਾਇਦ ਅਗਲਾ ਜਨਮ ਦੇ ਦੇਵੇ ਤਾਂ ਤੁਹਾਨੂੰ ਇਹੋ ਜਿਹੇ ਦੁੱਖ ਨਾ ਕੱਟਣੇ ਪੈਣ, ਇਹੋ ਜਿਹਾ ਜੀਵਨ ਦੁਬਾਰਾ ਨਾ ਮਿਲੇ। ਭਗਤੀ ਕਰਾਂਗੇ, ਬੰਦਗੀ ਰੋਜ਼ ਕਰਾਂਗੇ, ਰੋਜ਼ ਅਭਿਆਸ ਕਰਾਂਗੇ ਤਾਂ ਸ਼ਾਇਦ ਗੁਰੂ ਕਿਰਪਾ ਕਰੇ ਜਾਂ ਪ੍ਰਮਾਤਮਾ ਕਿਰਪਾ ਕਰੇ, ਸ਼ਾਇਦ ਤੁਹਾਨੂੰ ਦੁਬਾਰਾ ਇਹ ਜਨਮ ਦੇ ਦੇਵੇ। ਕਿਉਂ? ਕਿ ਉਹਨੂੰ ਉਮੀਦ ਹੈ ਕਿ ਸ਼ਾਇਦ, ਹਨਾ, ਥੋੜੀ ਬਹੁਤੀ ਭਗਤੀ ਦੀ ਅਧੂਰੀ ਰਹਿ ਗਈ ਕਿ ਇਸ ਜਨਮ 'ਚ ਪੂਰੀ ਹੋ ਜਾਵੇ। ਉਹ ਭਗਤੀ ਕਰਨ ਵਾਸਤੇ ਤੁਹਾਨੂੰ ਦੁਬਾਰਾ ਸਮਾਂ ਦੇ ਦੇਵੇ, ਤੁਹਾਨੂੰ ਦੁਬਾਰਾ ਜਨਮ ਦੇ ਦੇਵੇ। ਜੇ ਭਗਤੀ ਕਰਾਂਗੇ ਤਾਂ ਉਹ ਦੁਬਾਰਾ ਜਨਮ ਦੇ ਸਕਦਾ ਆ। ਜੇ ਅਸੀਂ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ ਤਾਂ ਇਹ ਜੀਵਨ ਦੁਬਾਰਾ ਨਹੀਂ ਮਿਲਣਾ।
ਇਹ ਲਾਸਟ ਪੌੜੀ ਹੈ ਇਹ ਜੋਨੀਆਂ ਦੀ, 84 ਲੱਖ ਜੋਨੀਆਂ ਦੀ। ਇੱਕ ਵਾਰ ਇਸ ਪੌੜੀ ਤੋਂ ਆਪਾਂ ਖਿਸਕ ਗਏ, ਨੀਚੇ ਗਿਰ ਗਏ, ਦੁਬਾਰਾ ਸਾਨੂੰ ਇਹ ਜਨਮ ਨਹੀਂ ਮਿਲਣਾ। ਫਿਰ 84 ਲੱਖ ਕੀੜੇ ਮਕੌੜੇ, ਗੰਦੀ ਨਾਲੀ ਦੇ ਕੀੜੇ, ਪਸ਼ੂ ਜਾਨਵਰ ਸਾਨੂੰ ਬਣਨਾ ਪੈਣਾ। ਉਹ ਤੋਂ ਬਚਣ ਦਾ ਇੱਕੋ ਤਰੀਕਾ ਬੰਦਗੀ ਕਰੋ ਬਸ। ਇਹ ਜੀਵਨ ਮਨੁੱਖੀ ਚੋਲਾ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ। ਇਹਨੂੰ ਲੇਖੇ ਲਗਾਓ ਉਹਦੇ ਆਪਣੇ ਜੀਵਨ 'ਚ, ਆਪਣੇ ਆਪ ਦੀ ਪਹਿਚਾਣ ਕਰ ਲਓ। ਤੁਸੀਂ ਅੰਮ੍ਰਿਤ ਵੇਲੇ ਹੀ ਸੰਭਾਲਣ ਦੀ ਕੋਸ਼ਿਸ਼ ਕਰ ਦਿੱਤਾ, 2.5-3 ਘੰਟੇ ਰੋਜ਼ ਵੀ ਲਾਣੇ ਤੇ, ਫਿਰ ਵੀ ਤੁਸੀਂ ਸਮਝੋ ਪਾਸ ਹੋ ਜਾਓਗੇ। ਫਿਰ ਵੀ ਉਮੀਦ ਆ ਪ੍ਰਮਾਤਮਾ ਨੇ ਕੁਝ ਕਰੇਗਾ। ਆਪਣਾ ਨਿਯਮ ਪੱਕਾ ਰੱਖੋ, ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰੋ, ਸਵੇਰੇ ਉੱਠ ਕੇ ਰੋਜ਼ ਅਭਿਆਸ ਕਰੋ, 2.5-3 ਘੰਟੇ ਸਮਾਂ ਦਿਓ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰੋ। ਆਪਣੇ ਕੁਝ ਪਾਣ ਲਈ ਕੁਝ ਖੋਣਾ ਪੈਂਦਾ ਹੀ ਆ, ਠੀਕ ਹੈ ਨਾ। ਜੇ ਪ੍ਰਭੂ ਨੂੰ ਪਾਣਾ ਆ, ਉਸ ਨੂੰ ਮਿਲਣਾ ਚਾਹੁੰਦੇ ਹੋ ਤਾਂ ਨੀਂਦ ਦਾ ਤਿਆਗ ਕਰਨਾ ਹੀ ਪੈਣਾ। 24 ਘੰਟੇ ਜੋ 2.5-3 ਘੰਟੇ ਦੀ ਤਾਂ ਗੱਲ ਆ, ਬਾਕੀ ਕਿੰਨੇ ਘੰਟੇ ਬਚੇ ਨੇ ਉਹ ਸਭ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਨੀਂਦ ਦਾ ਤਿਆਗ ਕਰਾਂਗੇ ਤਾਂ ਹੀ ਉਸ ਪ੍ਰਮਾਤਮਾ ਨੇ ਮਿਲਣਾ ਹੈ, ਠੀਕ ਹੈ ਨਾ। ਅੰਮ੍ਰਿਤ ਵੇਲੇ ਤੁਸੀਂ ਸੰਭਾਲ ਲਿਆ, 2.5-3 ਘੰਟੇ ਰੋਜ਼ ਅਭਿਆਸ ਕਰ ਲਿਆ ਸਵੇਰੇ ਉੱਠ ਕੇ, ਤਾਂ ਵੀ ਸਮਝੋ ਤੁਸੀਂ ਪਾਸ ਆ। ਫਿਰ ਗੁਰੂ ਮਹਾਰਾਜ ਉਮੀਦ ਆ ਕਿ ਇਹ ਬੱਚਾ ਕੁਝ ਕਰ ਸਕਦਾ, ਫਿਰ ਵੀ ਉਹਨੂੰ ਆਸ ਆ। ਕਿਉਂਕਿ ਸੰਸਾਰ ਦੀ ਨੇ ਜ਼ਿੰਮੇਵਾਰੀਆਂ, ਬੱਚਿਆਂ ਦੀ ਜ਼ਿੰਮੇਵਾਰੀਆਂ, ਘਰ ਵਾਲੀ ਜ਼ਿੰਮੇਵਾਰੀ ਆ, ਮਾਂ-ਬਾਪ ਦੀ ਜ਼ਿੰਮੇਵਾਰੀ ਆ ਨਾ, ਹਨਾ। ਸਾਰੇ ਜ਼ਿੰਮੇਵਾਰੀ ਪੂਰੀ ਕਰਦੇ ਵਿੱਚ ਸਮਾਂ ਕੱਢ ਕੇ ਪ੍ਰਭੂ ਦੀ ਯਾਦ ਬਹਿਣਾ, ਬੰਦਗੀ ਕਰਨੀ, ਭਗਤੀ ਕਰਨੀ ਆ, ਠੀਕ ਹੈ ਨਾ। ਇਸ ਕਰਕੇ ਤਾਂ ਸੰਤ ਮਹਾਂਪੁਰਸ਼ ਕਹਿੰਦੇ ਨੇ ਕਿ ਗ੍ਰਹਿਸਥ ਆਸ਼ਰਮ ਵਿੱਚ ਪ੍ਰਮਾਤਮਾ ਜਲਦੀ ਮਿਲਦਾ ਹੈ, ਠੀਕ ਹੈ ਨਾ। ਕਿਉਂਕਿ ਇੰਨੀ ਜ਼ਿੰਮੇਵਾਰੀ ਪੂਰੇ ਕਰਕੇ ਆਪਣੀ, ਹਨਾ, ਫਿਰ ਉਹਨੇ ਵਿੱਚੋਂ ਸਮਾਂ ਕੱਢ ਕੇ ਬੰਦਗੀ ਤੇ ਬਹਿਣਾ। ਇਸ ਕਰਕੇ ਸੰਤ ਮਹਾਂਪੁਰਸ਼ ਕਹਿੰਦੇ 24 ਘੰਟੇ ਦਸਵੰਧ 2.5 ਘੰਟੇ ਬੰਦਾ, 2.5 ਘੰਟੇ ਤੁਸੀਂ ਰੋਜ਼ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ, ਰੋਜ਼ 2.5 ਘੰਟੇ ਬੰਦਗੀ ਕਰਨੀ ਸ਼ੁਰੂ ਕਰਤੀ, ਫਿਰ ਵੀ ਤੁਸੀਂ ਪਾਸ ਹੋ। ਜਿੰਨਾ ਗੁੜ ਪਾਕੀ, ਜਿੰਨਾ ਤੁਸੀਂ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ ਹੈ, ਠੀਕ ਹੈ ਨਾ। ਦਿਨੇ ਸਮਾਂ ਮਿਲਦਾ ਉਦੋਂ ਬੈਠ ਜਾਓ, ਰਾਤ ਨੂੰ ਸਮਾਂ ਮਿਲਦਾ ਰਾਤ ਨੂੰ ਬੈਠ ਜਾਓ, ਹਨਾ। ਪਰ ਇੱਕ ਨਿਯਮ ਤੁਹਾਡਾ ਪੱਕਾ ਹੋਣਾ ਚਾਹੀਦਾ। ਸਵੇਰੇ ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ ਆਪਣਾ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰੋ। ਇੱਕ ਨਾ ਇੱਕ ਦਿਨ ਤੁਹਾਡੀ ਗੱਲ ਜ਼ਰੂਰ ਬਣ ਜਾਵੇਗੀ। ਭਗਤੀ ਕਰਨ ਵਾਸਤੇ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਬਾਰ-ਬਾਰ ਕਹਿ ਰਹੇ ਹਾਂ, ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਇਹ ਕੋਈ ਗਰੰਟੀ ਨਹੀਂ ਹੈਗੀ। ਇੱਕ ਸਾਹ ਅੰਦਰ ਗਿਆ, ਪਤਾ ਨਹੀਂ ਬਾਹਰ ਆਣਾ ਨਹੀਂ ਆਣਾ। ਸਵੇਰੇ ਅੱਖ ਖੁੱਲਦੀ ਹੈ ਨਾ, ਸਵੇਰੇ ਆਪਾਂ ਸੁੱਤੇ ਪਏ ਉੱਠਦੇ ਹਾਂ, ਅੱਖ ਖੁੱਲਦੀ ਆ, ਅੱਖ ਖੁੱਲਦੇ ਸਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕੋਈ। ਸ਼ੁਕਰ ਹੈ ਪ੍ਰਮਾਤਮਾ, ਸ਼ੁਕਰ ਹੈ ਤੂੰ ਮੈਨੂੰ ਇੱਕ ਦਿਨ ਹੋਰ ਦੇ ਦਿੱਤਾ ਭਗਤੀ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਸ਼ੁਕਰਾਨਾ ਕਰਿਆ ਕਰੋ। ਕਈਆਂ ਦੀ ਤਾਂ ਅੱਖ ਸਵੇਰੇ ਖੁੱਲਦੀ ਵੀ ਨਹੀਂ। ਸ਼ੁਕਰਾਨਾ ਕਰੋ, ਬਾਰ-ਬਾਰ ਸ਼ੁਕਰਾਨਾ ਕਰੋ, ਸ਼ੁਕਰਾਨਾ ਕਰੋ। ਜੋ ਸਮੇਂ ਬੀਤ ਗਿਆ ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੋ। ਜੋ ਸਮਾਜ ਪ੍ਰੈਜੈਂਟ ਚੱਲਦਾ ਪਿਆ ਇਹਦਾ ਆਨੰਦ ਲਓ। ਆਉਣ ਵਾਲੇ ਸਮੇਂ ਦੀ ਚਿੰਤਾ ਨਾ ਕਰੋ, ਆਉਣ ਵਾਲੇ ਸਮੇਂ ਦੀ ਚਿੰਤਾ ਨਾ ਕਰੋ। ਅੱਜ ਦਾ ਆਨੰਦ ਲਓ, ਅੱਜ ਦੀ ਸੋਚੋ, ਅੱਜ ਦਾ ਕੀ ਕਰਨਾ ਹੈ। ਅੱਜ ਦੇ ਜੀਵਨ ਨੂੰ 24,000 ਦੇ ਸਵਾਸ ਅੱਜ ਦੇ ਹੈਗੇ ਨੇ, ਇਹਨੂੰ ਲੇਖੇ ਲਗਾਓ ਪ੍ਰਭੂ ਦੇ। ਇਹਨੂੰ ਵੇਸਟ ਨਾ ਕਰੋ, ਖਰਾਬ ਨਾ ਕਰੋ। ਚੌਵੀ ਹਜ਼ਾਰ ਸਵਾਸਾਂ ਨੂੰ ਖਰਾਬ ਨਾ ਕਰੋ। ਰੋਜ਼ ਦਾ ਸਾਨੂੰ ਇਹੀ ਕਿਰਾਇਆ ਦੇ ਰਹੇ, ਇੱਕ ਦਿਨ ਦਾ 24 ਘੰਟੇ ਕਿਰਾਇਆ, 24,000 ਸਵਾਸ ਆ। ਇਹਦੀ ਕਦਰ ਕਰੋ, ਇਹਨੂੰ ਸੰਭਾਲੋ, ਲੇਖੇ ਲਗਾਓ ਪ੍ਰਭੂ ਦੇ। ਚੱਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ, ਨਹਾਉਂਦੇ ਧੋਂਦੇ, ਹਰ ਟਾਈਮ ਸਿਮਰਨ ਕਰੋ। ਅੰਦਰ ਸਿਮਰਨ ਤੁਹਾਡਾ ਚੱਲਦੇ ਰਹਿਣਾ ਚਾਹੀਦਾ। ਹੱਥ ਕਾਰਵਾ, ਦਿਲ ਯਾਰਵਾ ਰੱਖੋ। ਬਚਪਨ ਇੱਕ ਵਾਰ ਚਲੇ ਜਾਵੇ ਤਾਂ ਵਾਪਸ ਨਹੀਂ ਮਿਲਦਾ। ਜਵਾਨੀ ਚਲੀ ਜਾਵੇ ਤਾਂ ਵਾਪਸ ਨਹੀਂ ਮਿਲਦੀ। ਬੁਢਾਪਾ ਆ ਗਿਆ, ਫਿਰ ਉਸ ਤੋਂ ਅੱਗੇ ਕੀ ਆ? ਐਂਡ, ਖਤਮ, ਜੀਵਨ ਸਮਾਪਤੀ। ਇਸ ਕਰਕੇ ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਅੱਜ ਹੀ ਭਗਤੀ ਕਰੋ। ਇਹ ਅੱਜ ਹੀ ਕਰਨ ਵਾਲਾ ਕੰਮ ਆ, ਕੱਲ ਕਰਨ ਵਾਲਾ ਕੰਮ ਨਹੀਂ ਹੈਗਾ। ਕੱਲ ਫਿਰ ਅੱਜ ਹੋ ਜਾਣੀ ਆ, ਠੀਕ ਹੈ। कल करे सो आज कर, आज करे सो अब। कल का नाम काल का, भजन करो गोपाल का। ਅੱਜ ਦਾ ਕੰਮ ਅੱਜ ਹੀ ਕਰੋ, ਇਹਨੂੰ ਕੱਲ ਤੇ ਨਾ ਛੱਡੋ।
ਤੁਸੀਂ ਰੋਜ਼ ਅਭਿਆਸ ਕਰੋਗੇ, ਰੋਜ਼ ਤੁਸੀਂ ਬੰਦਗੀ ਕਰੋਗੇ, ਤੁਹਾਡਾ ਨੇਮ ਪੱਕਾ ਹੋਗਾ, ਤੁਹਾਡਾ ਗੁਰੂ ਖੁਸ਼ ਹੋਵੇਗਾ। ਗੁਰੂ ਤੁਹਾਡਾ ਖੁਸ਼ ਹੋ ਗਿਆ, ਉਹ ਬਖਸ਼ਿਸ਼ ਕਰੇਗਾ, ਤੁਹਾਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇਗਾ। ਬਿਨਾਂ ਗੁਰੂ ਤੋਂ ਅਸੀਂ ਵੀ ਉੱਥੇ ਤੱਕ ਪਹੁੰਚ ਨਹੀਂ ਸਕਦੇ। ਗੁਰੂ ਹੀ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ। ਗੁਰੂ ਹੀ ਸਾਨੂੰ ਦੱਸਦਾ ਭਗਤੀ ਕਿੱਦਾਂ ਕਰਨੀ ਹੈ, ਸਿਮਰਨ ਕਿੱਦਾਂ ਕਰਨਾ, ਇਸ ਰਸਤੇ ਕਿੱਦਾਂ ਚੱਲਣਾ ਹੈ। ਇਸ ਕਰਕੇ ਆਪਣੇ ਗੁਰੂ ਮੁਰਸ਼ਿਦ ਨੂੰ ਜਿਹਨੂੰ ਤੁਸੀਂ ਮੰਨਦੇ ਹੋ, ਠੀਕ ਹੈ ਨਾ, ਉਹਦੇ ਹੁਕਮ ਅਨੁਸਾਰ ਬੰਦਗੀ ਕਰਿਆ ਕਰੋ, ਰੋਜ਼ ਅਭਿਆਸ ਕਰੋ। ਜੋ ਵੀ ਤੁਹਾਡਾ ਗੁਰੂ ਨਾਮ ਸ਼ਬਦ ਦਿੰਦਾ ਉਹਦਾ ਅਭਿਆਸ ਕਰਕੇ ਰੋਜ਼ ਭਗਤੀ ਕਰਿਆ ਕਰੋ, ਠੀਕ ਹੈ ਨਾ। ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰੋ, ਠੀਕ ਹੈ ਨਾ। ਜੋ ਸਮੇਂ ਅੱਜ ਚੱਲਦਾ ਪਿਆ ਇਹਦਾ ਆਨੰਦ ਲੈਣ ਦੀ ਕੋਸ਼ਿਸ਼ ਕਰੋ। ਇਹਨੂੰ ਟੈਨਸ਼ਨਾਂ ਦੇ ਵਿੱਚ ਖਰਾਬ ਨਾ ਕਰੋ, ਚਿੰਤਾ ਦੇ ਵਿੱਚ ਖਰਾਬ ਨਾ ਕਰੋ। ਜੇ ਕਿਸੇ ਕੋ ਪੈਸਾ ਲਿੱਤਾ ਉਹਨੂੰ ਸਮੇਂ ਸਿਰ ਵਾਪਸ ਕਰ ਦਿੱਤੋ। ਜੇ ਕਿਸੇ ਸਮੇਂ ਸਿਰ ਕੋਈ ਵੀ ਚੀਜ਼ ਦੇਣੀ ਲੈਣੀ ਹੈ ਉਹ ਸਮੇਂ ਸਿਰ ਆਦਾਨ ਪ੍ਰਦਾਨ ਜੋ ਤੁਸੀਂ ਕਰਦੇ ਹੋ ਸਮੇਂ ਸਿਰ ਖਤਮ ਕਰ ਦਿਆ ਕਰੋ। ਹਿਸਾਬ ਨਵੇਂ ਕਰਮ ਨਾ ਕਰਿਆ ਕਰੋ ਆਪਣੇ। ਖੁਸ਼ੀਆਂ ਦੇਵਾਂਗੇ, ਖੁਸ਼ੀਆਂ ਸਾਨੂੰ ਮਿਲਣਗੀਆਂ, ਠੀਕ ਹੈ ਨਾ। ਕਿਸੇ ਨੂੰ ਸੁੱਖ ਦੇਵਾਂਗੇ, ਸਾਨੂੰ ਸੁੱਖ ਮਿਲੇਗਾ। ਇਹ ਸੰਸਾਰ ਇੱਕ ਖੂਹ ਆ, ਖੂਹ ਦੀ ਤਰ੍ਹਾਂ ਆ। ਜਿੱਦਾਂ ਅਸੀਂ ਆਵਾਜ਼ ਮਾਰਾਂਗੇ ਸਾਨੂੰ ਉਦਾਂ ਹੀ ਆਵਾਜ਼ ਵਾਪਸ ਮਿਲਣੀ, ਠੀਕ ਹੈ ਨਾ। ਜੇ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਤਾਂ ਦੂਜਿਆਂ ਨੂੰ ਖੁਸ਼ੀਆਂ ਦਿਓ। ਜੇ ਤੁਸੀਂ ਆਪਣਾ ਸਤਿਕਾਰ ਚਾਹੁੰਦੇ ਹੋ ਤਾਂ ਦੂਜੇ ਸਤਿਕਾਰ ਕਰਨ ਦੀ ਕੋਸ਼ਿਸ਼ ਕਰੋ, ਸਤਿਕਾਰ ਦੇਣ ਦੀ ਕੋਸ਼ਿਸ਼ ਕਰੋ, ਠੀਕ ਹੈ ਨਾ। ਔਰ ਰੋਜ਼ ਸਿਮਰਨ ਦਾ ਅਭਿਆਸ ਕਰੋ ਆਪਣਾ। ਪਰਮਾਤਮਾ ਵੀ ਤੁਹਾਡੇ ਅੰਦਰ ਬੈਠਾ ਆ, ਉਹਨੂੰ ਮਿਲਣ ਦਾ ਰਸਤਾ ਵੀ ਤੁਹਾਡਾ ਅੰਦਰ ਆ। ਅੰਦਰ ਆ ਜਾਓ ਬਸ, ਠੀਕ ਹੈ। ਅੰਦਰ ਆ ਜਾਓ ਬਸ। ਰੋਜ਼ ਅਭਿਆਸ ਕਰੋ ਆਪਣਾ, ਰੋਜ਼ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਪਰਮਾਤਮਾ ਦੂਰ ਨਹੀਂ ਹੈ, ਪਰਮਾਤਮਾ ਨੇੜੇ ਤੋਂ ਵੀ ਨੇੜੇ ਆ, ਤੁਹਾਡੇ ਨਾਲ ਆ ਹਮੇਸ਼ਾ। ਪਰ ਤੁਸੀਂ ਪੈਸੇ ਦੀ ਦੌੜ ਦੇ ਵਿੱਚ ਉਹਨੂੰ ਮਹਿਸੂਸ ਹੀ ਨਹੀਂ ਕਰਦੇ। ਉਹ ਤਾਂ ਹਰ ਟਾਈਮ ਨਾਲ ਆ, ਹਰ ਟਾਈਮ ਨਾਲ। ਇੱਕ ਸੱਚੇ ਦਿਲੋਂ ਸਿਮਰਨ ਕਰਕੇ ਤਾਂ ਦੇਖੋ, ਰੋਜ਼ ਅਭਿਆਸ ਕਰਕੇ ਤਾਂ, ਇੱਕ ਨਿਯਮ ਪੱਕਾ ਕਰਕੇ ਤਾਂ ਦੇਖੋ, ਤੁਹਾਨੂੰ ਕਿੱਦਾਂ ਦੇ ਦਰਸ਼ਨ ਹੋਵੇਗੇ। ਜ਼ਰੂਰ ਦਰਸ਼ਨ ਹੋਣਗੇ ਦੇ ਪਰਮਾਤਮਾ ਦੇ। ਮੈਂ ਦਾਅਵੇ ਨਾ ਕਹਿਣਾ। 3 ਮਹੀਨੇ ਲਗਾਤਾਰ, 3 ਮਹੀਨੇ ਲਗਾਤਾਰ ਸਿਮਰਨ ਕਰਕੇ ਦੇਖੋ, ਆਪਣਾ ਨਿਯਮ ਪੱਕਾ ਕਰਕੇ ਦੇਖੋ, ਤੁਹਾਨੂੰ ਕਿੱਦਾਂ ਦੇ ਦਰਸ਼ਨ ਹੋਣਗੇ ਤੁਹਾਡੇ ਗੁਰੂ ਦੇ, ਕਿੱਦਾਂ ਦੇ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ ਤੁਹਾਨੂੰ ਦਰਸ਼ਨ। ਬਿਨਾਂ ਸਵਾਰਥ ਭਗਤੀ ਕਰਨੀ ਆ, ਬਿਨਾਂ ਇੱਛਾਵਾਂ ਦੇ ਭਗਤੀ ਕਰਨੀ ਆ, ਬਿਨਾਂ ਜ਼ਰੂਰਤਾਂ ਦੇ ਭਗਤੀ ਕਰਨੀ ਆ। ਫਿਰ ਤੁਸੀਂ ਉਸ ਦੇ ਦਰਸ਼ਨ ਦੀਦਾਰ ਕਰ ਸਕਦੇ ਹੋ। ਜੇ ਤੁਸੀਂ ਇੱਛਾ ਰੱਖ ਕੇ ਭਗਤੀ ਕਰੋਗੇ, ਜ਼ਰੂਰਤਾਂ ਰੱਖ ਕੇ ਭਗਤੀ ਕਰੋਗੇ, ਹਨਾ, ਕੰਮ ਕਾਜ ਵਾਸਤੇ ਭਗਤੀ ਕਰੋਗੇ, ਫਿਰ ਤਾਂ ਸਾਰੇ ਜ਼ਿੰਦਗੀ ਲੱਗੇ ਰਹੋ, ਕੱਲ ਕੁਝ ਵੀ ਮਿਲਣ ਵਾਲਾ ਨਹੀਂ ਹੈਗਾ, ਉਹ ਰੱਬ ਮਿਲਣ ਵਾਲਾ ਨਹੀਂ ਹੈਗਾ। ਬਿਨਾਂ ਸਵਾਰਥ ਭਗਤੀ ਕਰਨੀ ਆ, ਬਿਨਾਂ ਇੱਛਾਵਾਂ ਦੇ ਭਗਤੀ ਕਰਨੀ ਆ, ਬਿਨਾਂ ਜ਼ਰੂਰਤਾਂ ਦੇ ਭਗਤੀ ਕਰਨੀ, ਫਿਰ ਤੁਸੀਂ ਪਾਸ ਹੋਵੋਗੇ। 2.5-3 ਮਹੀਨੇ ਕਹਿਣਾ, 3 ਮਹੀਨੇ ਲਗਾਤਾਰ ਇੱਕ ਨਿਯਮ ਪੱਕਾ ਰੱਖ ਕੇ ਦੇਖੋ ਤੁਸੀਂ। 3 ਮਹੀਨੇ ਲਗਾਤਾਰ ਨਿਯਮ ਪੱਕਾ ਰੱਖ ਕੇ ਬੰਦਗੀ ਕਰਕੇ ਦੇਖੋ, ਤੁਹਾਨੂੰ ਉਸੇ ਗੁਰੂ ਮਹਾਰਾਜ ਦਰਸ਼ਨ ਹੋਣਗੇ। ਅੰਤ ਦੇ ਵਿੱਚ ਤੁਹਾਨੂੰ ਪਰਮਾਤਮਾ ਦਰਸ਼ਨ ਦੇਗਾ। ਤੁਹਾਨੂੰ ਰੋਜ਼ ਕਰੋ। ਜੇ ਤੁਹਾਡਾ ਲਗਾਤਾਰ ਨਿਯਮ ਤੁਹਾਡਾ ਪੱਕਾ ਹੋਣ ਲੱਗ ਗਿਆ, ਤੁਹਾਨੂੰ ਉਹਨੇ ਆਪੇ ਉਠਾਉਣ ਲੱਗ ਜਾਣਾ। ਅੰਮ੍ਰਿਤ ਵੇਲੇ ਤੁਹਾਡੀ ਅੱਖ ਆਪਣੇ ਆਪ ਖੁੱਲਣ ਲੱਗ ਜਾਣੀ ਆ। ਉਹ ਬੜੇ ਭਾਗਸ਼ਾਲੀ ਜੀਵ ਨੇ, ਲੱਕੀ ਨੇ ਬੰਦੇ, ਹਨਾ, ਖੁਸ਼ ਨਸੀਬ ਬੰਦੇ ਨੇ, ਜਿਨ੍ਹਾਂ ਦੀ ਅੰਮ੍ਰਿਤ ਵੇਲੇ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਆ। 2:30-3 ਵਜੇ, 2 ਵਜੇ ਜਾਂ 3 ਵਜੇ, 2:30-4 ਵਜੇ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਆ। ਉਹ ਭਾਗਾ ਵਾਲੇ ਇਨਸਾਨ ਨੇ, ਖੁਸ਼ਕਿਸਮਤ ਇਨਸਾਨ ਨੇ, ਕਿਉਂਕਿ ਉਹਨਾਂ ਨੂੰ ਪਰਮਾਤਮਾ ਨੂੰ ਉਹਨਾਂ ਤੇ ਉਮੀਦ ਆ ਕੁਛ, ਕਿ ਇਹ ਕੁਛ ਕਰ ਸਕਦੇ ਆ। ਉਹ ਫਿਰ ਉਸ ਅੰਮ੍ਰਿਤ ਵੇਲੇ ਤੁਹਾਡੀ ਅੱਖ ਖੋਲ੍ਹਦਾ ਹੀ ਖੋਲ੍ਹਦਾ, ਬਿਨਾਂ ਅਲਾਰਮ ਦੀ ਲੋੜ ਵੀ ਨਹੀਂ ਪੈਂਦੀ। ਜਿਨ੍ਹਾਂ ਲੋਕਾਂ ਦੀ ਅੰਮ੍ਰਿਤ ਵੇਲੇ ਅੱਖ ਖੁੱਲਦੀ ਆ, ਆਪਣੇ ਆਪ ਹੀ ਅੱਖ ਖੁੱਲਦੀ ਆ, ਉਹ ਭਾਗਸ਼ਾਲੀ ਜੀਵ ਨੇ। ਪਰਮਾਤਮਾ ਨੂੰ ਕੁਛ ਉਮੀਦ ਆ ਉਹਨਾਂ ਤੋਂ ਕਿ ਬੱਚੇ ਕੁਛ ਕਰ ਸਕਦੇ ਆ। ਤੇ ਤੁਸੀਂ ਜੋ ਉਸ ਵੇਲੇ ਉੱਠਦੇ ਆ, ਘੜੀ ਦੇ ਕੇ ਸੋ ਨਾ ਜਾਇਆ ਕਰੋ। ਉਸ ਵੇਲੇ ਮੂੰਹ ਹੱਥ ਧੋ ਕੇ ਬਹਿ ਜਾਓ। ਜੇ ਨਹਾ ਸਕਦੇ ਨਹਾ ਲਓ, ਨਹੀਂ ਨਹਾ ਸਕਦੇ ਤਾਂ 5 ਇਸ਼ਨਾਨਾਂ ਕਰਕੇ ਬੈਠ ਜਾ ਕਰੋ। ਭਾਗਾਂ ਵਾਲੇ ਜੀ ਜਿਹਨਾਂ ਦੀ ਅੰਮ੍ਰਿਤ ਵੇਲੇ ਆਪਣੇ ਆਪ ਹੀ ਅੱਖ ਖੁੱਲਦੀ ਆ, ਉਹ ਉਠਾਉਂਦਾ ਆ, ਉਹਨਾਂ ਨੂੰ ਕੁਛ ਉਮੀਦ ਆ, ਠੀਕ ਹੈ। ਅੰਮ੍ਰਿਤ ਵੇਲੇ ਸੰਭਾਲ ਕਰਨ ਦੀ ਕੋਸ਼ਿਸ਼ ਕਰੋ। ਅੰਮ੍ਰਿਤ ਵੇਲਾ ਸੱਚ ਨਾਉ ਵਿੜਾਈਆਂ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ। ਕਿੰਨਾ ਕੁਛ ਮਾਲਕ ਨੇ ਬਾਣੀ ਦੇ ਵਿੱਚ ਲਿਖਿਆ ਹੋਇਆ, ਹਨਾ। ਸਾਨੂੰ ਅਨਮੋਲ ਰਤਨ ਦਿੱਤੇ, ਗੁਰਬਾਣੀ ਦਿੱਤੀ ਸਾਨੂੰ ਮਹਾਂਪੁਰਸ਼ਾਂ ਨੇ, ਹਾਂ, ਗੀਤਾ ਦਿੱਤੀ ਆ, ਰਮਾਇਣ ਦਿੱਤੀ ਆ, ਹਨਾ। ਕਿੰਨਾ ਕੁਛ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਸਾਨੂੰ ਇੰਨੇ ਕੀਮਤੀ, ਹਨਾ, ਸੁਗਾਤਾਂ ਦੇ ਗਏ ਸਾਨੂੰ। ਅਸੀਂ ਪੜ੍ਹ ਕੇ ਉੱਦਾਂ ਦਾ ਜੀਵਨ ਬਣਾਉਣਾ ਆ, ਉੱਤੇ ਅਮਲ ਕਰਨਾ ਆ,
ਫਿਰ ਸਾਡੇ ਜੀਵਨ ਦੇ ਵਿੱਚ ਬਦਲਾਅ ਆਵੇਗਾ। ਅਸੀਂ ਪੜ੍ਹ ਕੇ ਕੰਠ ਨਹੀਂ ਕਰਨਾ ਹੈਗਾ, ਠੀਕ ਹੈ ਨਾ, ਉੱਤੇ ਅਮਲ ਕਰਨਾ, ਉੱਦਾਂ ਦਾ ਆਪਣਾ ਜੀਵਨ ਬਣਾਉਣਾ ਹੈ, ਫਿਰ ਸਾਡੇ ਜੀਵਨ ਦੇ ਵਿੱਚ ਬਦਲਾਅ ਆਵੇਗਾ। ਰੋਜ਼ ਅਭਿਆਸ ਕਰੋ ਆਪਣਾ, ਠੀਕ ਹੈ ਨਾ। ਰੋਜ਼ ਨਿਤਨੇਮ ਕਰਦੇ ਹੋ, ਵਧੀਆ ਗੱਲ ਹੈ, ਰੋਜ਼ ਪਾਠ ਕਰਦੇ ਹੋ, ਅੱਛੀ ਗੱਲ ਹੈ, ਪਰ ਉਹਨੂੰ ਆਪਣੇ ਜੀਵਨ 'ਚ ਢਾਲਣ ਦੀ ਕੋਸ਼ਿਸ਼ ਕਰਨੀ ਹੈ, ਉਹਨੂੰ ਅਮਲ ਕਰਨਾ ਉੱਤੇ, ਠੀਕ ਹੈ। ਫਿਰ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਵੇਗਾ। ਗੱਲਾਂ ਨਾਲ ਪਕੌੜੇ ਨਹੀਂ ਬਣਾਉਣੇ ਆਪਾਂ, ਠੀਕ ਹੈ ਨਾ। ਇਹ ਕਰਨੀ ਦਾ ਮਾਰਗ, ਕਰੋ ਕਰੋ, ਕਰਕੇ ਦੇਖੋ, ਤੁਸੀਂ ਕਰੋ, ਕਰਕੇ ਦੇਖੋ, ਪ੍ਰੈਕਟੀਕਲ ਕਰਕੇ ਦੇਖੋ, ਤੁਹਾਡੇ ਜੀਵਨ ਵਿੱਚ ਕੁਝ ਨਾ ਬਦਲਾਅ ਆਵੇਗਾ, ਜ਼ਰੂਰ ਬਦਲਾਅ ਆਵੇਗਾ। ਉਹਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਤਾਂ ਕਰੋ, ਉਹਨੂੰ ਦੇਖਣ ਦੇ ਲਈ, ਉਹਨੂੰ ਮਿਲਣ ਦੇ ਲਈ ਭਗਤੀ ਕਰਨੀ ਹੀ ਪੈਣੀ ਆ। ਭਗਤੀ ਕਰਕੇ ਹੀ ਉਹਨੂੰ ਮਿਲ ਸਕਦਾ। ਇਹ ਨਾ ਸੋਚੋ ਵੀ ਗੁਰੂ ਨੇ ਸਭ ਕੁਝ ਕਰਨਾ। ਗੁਰੂ ਨੇ ਤੁਹਾਨੂੰ ਨਾਮ ਸ਼ਬਦ ਦੇ ਦਿੱਤਾ, ਤੁਹਾਨੂੰ ਰਾਸਤਾ ਦੱਸ ਦਿੱਤਾ, ਚੱਲਣਾ ਤੁਸੀਂ ਆਪ ਆ, ਭਗਤੀ ਤੁਸੀਂ ਆਪ ਕਰਨੀ ਹੈ, ਠੀਕ ਹੈ ਨਾ। ਬੰਦਗੀ ਤੁਸੀਂ ਆਪ ਕਰਨੀ ਹੈ। ਰੋਜ਼ ਅਭਿਆਸ ਕਰੋ, ਤੁਹਾਡਾ ਨਿਯਮ ਪੱਕਾ ਹੋਵੇ, ਗੁਰੂ ਬਖਸ਼ਿਸ਼ ਕਰੇਗਾ, ਫਿਰ ਗੁਰੂ ਕਿਰਪਾ ਕਰੇਗਾ, ਫਿਰ ਤੁਹਾਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇਵੇਗਾ। ਸਾਰੀ ਖੇਡ ਉਹਦੀ, ਉਹੀ ਰਾਮ ਆ, ਉਹੀ ਕ੍ਰਿਸ਼ਨ ਆ, ਉਹੀ ਗੋਬਿੰਦ ਆ, ਉਹੀ ਨਾਨਕ ਆ, ਸਭ ਕੁਝ ਉਹੀ ਆ। ਬੜੀ ਅਜੀਬ ਖੇਲ ਆ ਉਸ ਪ੍ਰਮਾਤਮਾ ਦਾ। ਜੇ ਉਹਨੂੰ ਸਮਝਾਂਗੇ ਤਾਂ ਉਲਝ ਜਾਵਾਂਗੇ। ਬੇਸਮਝ ਬਣ ਕੇ ਚੱਲੀ ਚਲੋ, ਚੱਲੀ ਚਲੋ, ਚੱਲੀ ਚਲੋ, ਚੱਲੀ ਚਲੋ, ਚੱਲੀ ਚਲੋ, ਰੋਜ਼ ਅਭਿਆਸ ਕਰੀ ਚਲੋ, ਸਿਮਰਨ ਕਰੀ ਚਲੋ। ਬੜੀ ਖੇਡ ਨਾਰਲੀ ਹੈ ਉਹਦੀ। ਬਸ ਸਿਮਰਨ ਕਰਕੇ ਦੇਖੋ, ਅਨੁਭਵ ਕਰੋ ਆਪ। ਤੁਹਾਡੇ ਰੋਣੇ ਧੋਣੇ ਵੈਸੇ ਹੀ ਖਤਮ ਹੋ ਜਾਣੇ ਆ। ਤੁਹਾਡੇ 90% ਦੁੱਖ ਆਪਣੇ ਆਪ ਹੀ ਖਤਮ ਹੋ ਜਾਣੇ। ਤੁਹਾਡੀਆਂ ਸਾਰੀਆਂ ਟੈਨਸ਼ਨਾਂ ਆਪਣੇ ਆਪ ਹੀ ਖਤਮ ਹੋ ਜਾਣੀਆਂ। ਤੁਸੀਂ ਬਸ ਬੰਦਗੀ ਕਰਕੇ ਦਿਓ, ਗੁਰੂ ਹੁਕਮ ਅਨੁਸਾਰ ਬੰਦਗੀ ਕਰੋ, ਭਗਤੀ ਕਰੋ। ਬੱਚਿਆਂ ਦੀ ਵਿਆਹ ਸ਼ਾਦੀ ਵੀ ਉਹਨੇ ਆਪ ਹੀ ਕਰ ਦੇਣੀ ਆ, ਆਪ ਹੀ ਰਿਸ਼ਤੇ ਆ ਜਾਣੇ, ਆਪੇ ਅੱਛੇ ਘਰਾਂ 'ਚ ਵਿਆਹ ਸ਼ਾਦੀ ਹੋ ਜਾਣੀ। ਤੁਹਾਨੂੰ ਪਤਾ ਨਹੀਂ ਲੱਗਣਾ ਕਿੱਦਾਂ ਹੋ ਗਏ। ਬਸ ਕਰੀ ਉਹਨੇ ਜਾਣਾ ਸਭ ਪਰਮਾਤਮਾ ਨੇ। ਬਸ ਤੁਸੀਂ ਬੰਦਗੀ ਕਰਨੀ, ਭਗਤੀ ਕਰਨੀ ਆ। ਮਹਾਭਾਰਤ ਦਾ ਯੁੱਧ ਹੋਇਆ ਹਨਾ। ਅਰਜਨ ਦੇਖੋ, ਅਰਜਨ ਕੀ ਕਹਿੰਦਾ, ਅਰਜਨ ਹੱਸਦਾ ਪਿਆ ਸੀ, ਪਾਂਡਵ ਹੱਸਣ ਲੱਗ ਗਏ, ਅਸੀਂ ਇਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਅਸੀਂ ਇਹ ਕਰ ਦਿੱਤਾ ਹਨਾ। ਪਰ ਬਰਬਰੀਕ ਨਾ ਜਿਹੜਾ ਉਹ ਪੇੜ ਦੇ ਵਿੱਚ ਬਹਿ ਕੇ ਦੇਖਦਾ ਸੀ, ਉਹ ਹੱਸਣ ਲੱਗ ਗਿਆ, ਕਹਿੰਦਾ ਮਹਾਰਾਜ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਹੈ, ਇਹ ਸਭ ਕੁਝ ਤਾਂ ਕ੍ਰਿਸ਼ਨ ਭਗਵਾਨ ਕਰਦੇ, ਉਹਦਾ ਚੱਕਰ ਹੀ ਕਰਦਾ ਰਿਹਾ। ਇਸੇ ਤਰ੍ਹਾਂ ਤੁਸੀਂ ਜਦੋਂ ਬੰਦਗੀ ਕਰੋਗੇ, ਜਦੋਂ ਤੁਸੀਂ ਭਗਤੀ ਕਰੋਗੇ ਹਨਾ, ਨਾਮ ਤਾਂ ਤੁਹਾਡਾ ਹੋਣਾ, ਪਰ ਕਰਦਾ ਕੌਣ ਪਿਆ? ਉਹ ਪਰਮਾਤਮਾ, ਉਹ ਅੱਲਾ, ਉਹ ਵਾਹਿਗੁਰੂ, ਉਹ ਰਾਮ ਕਰੇਗਾ, ਉਹ ਕ੍ਰਿਸ਼ਨ ਕਰੇਗਾ, ਉਹ ਨਾਨਕ ਕਰੇਗਾ, ਉਹ ਗੋਬਿੰਦ ਕਰੇਗਾ। ਨਾਮ ਤੁਹਾਡਾ ਹੋਣਾ ਹੈ, ਇੱਜ਼ਤ ਤੁਹਾਡੀ ਵਧਣੀ ਹੈ, ਪਰ ਪਿੱਛੇ ਪਾਵਰ ਨੇ ਕੰਮ ਕਰਨਾ। ਤੁਹਾਡਾ ਨਾਮ ਹੋਣਾ। ਕਹਿੰਦੇ ਨੇ ਕਰਤੇ ਹੋ ਤੁਮ ਕਨਈਆ, ਕਹਿੰਦੇ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ, ਕਰਤੇ ਹੋ ਤੁਮ ਕਨਈਆ, ਨਾਮ ਮੇਰਾ ਹੋ ਰਹਾ ਹੈ ਹਨਾ। ਜਦੋਂ ਅਸੀਂ ਬੰਦਗੀ ਕਰਾਂਗੇ, ਭਗਤੀ ਕਰਾਂਗੇ, ਰੋਜ਼ ਅਭਿਆਸ ਪੱਕਾ ਕਰਾਂਗੇ, ਸਾਡੇ ਕੰਮ, ਸੰਸਾਰ ਦੇ ਕੰਮ ਧੰਦੇ ਆਪਣੇ ਆਪ ਆਟੋਮੈਟਿਕ ਹੋਣ ਲੱਗ ਪੈਣੇ। ਹਰ ਸਵਾਲ ਦਾ ਜਵਾਬ ਆਪਣੇ ਆਪ ਮਿਲਣ ਲੱਗ ਪੈਣਾ। ਸਾਡੇ ਦੁੱਖਾਂ ਦਾ ਹੱਲ ਆਪ ਹੀ ਹੋਣ ਲੱਗ ਪੈਣਾ। ਦੁੱਖ ਆਪ ਹੀ ਕੱਟੇ ਜਾਣੇ ਸ਼ੁਰੂ ਹੋ ਜਾਣੇ ਆ, ਸੂਲੀ ਦੇ ਸੂਲ ਬਣ ਜਾਣੇ ਆਪੇ। ਕਾਰੋਬਾਰ ਆਪ ਹੀ ਆਈ ਜਾਣਾ, ਗਾਹਕ ਆਈ ਜਾਣਾ, ਚੱਲੀ ਜਾਣਾ ਆਪਣੇ ਆਪ ਹੀ। ਇੱਕ ਸੱਚੇ ਦਿਲੋਂ ਇੱਕ ਵਾਰ ਸਮਰਪਣ ਕਰ ਦਿਓ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਵਿੱਚ। ਫਿਰ ਰੋਜ਼ ਅਭਿਆਸ ਕਰੋ, ਆਪਣਾ ਬੰਦਗੀ ਕਰੋ। ਬਸ ਬੰਦਗੀ 2.5-3 ਘੰਟੇ ਕਹਿੰਦਾ, ਮੈਂ ਜ਼ਿਆਦਾ ਨਹੀਂ ਕਹਿੰਦਾ, 2.5-3 ਘੰਟੇ ਰੋਜ਼ ਅਭਿਆਸ ਕਰੋ। ਤੁਹਾਡੇ ਜੀਵਨ ਵਿੱਚ ਬਦਲਾਅ ਆਵੇਗਾ। ਫਿਰ ਪਿੱਛੇ ਤੁਹਾਡਾ ਗੁਰੂ ਖੜਾ, ਬਖਸ਼ਿਸ਼ ਕਰੇਗਾ, ਕਿਰਪਾ ਕਰੇਗਾ, ਤੁਹਾਡੇ ਸੰਸਾਰ ਦੇ ਕੰਮ ਹੋ ਜਾਣੇ, ਇੱਜ਼ਤਮਾਨ ਤੁਹਾਨੂੰ ਮਿਲਣਾ ਹੈ। ਹੁਣ ਅਸੀਂ ਵੀ ਇਸ ਸਫ਼ਰ ਦੇ ਵਿੱਚ ਚੱਲਦੇ ਪਏ ਹਾਂ। ਸਾਰੀ ਕਿਰਪਾ ਉਸ ਪ੍ਰਮਾਤਮਾ ਦੀ ਆ, ਸਾਡੇ ਗੁਰੂ ਮਹਾਰਾਜ ਦੀ ਕਿਰਪਾ ਆ, ਮੇਰੇ ਗੁਰਦੇਵ ਠਾਕੁਰ ਸਿੰਘ ਮਹਾਰਾਜ ਦੀ ਕਿਰਪਾ ਆ, ਹਾਜ਼ਰ ਬਲਜੀਤ ਸਿੰਘ ਮਹਾਰਾਜ ਦੀ ਕਿਰਪਾ ਆ ਹਨਾ। ਉਹੀ ਕਰਾਈ ਜਾ ਰਿਹਾ, ਸਭ ਕੁਝ ਕਰਦੇ ਉਹੀ ਪਿਆ, ਨਾਮ ਐਵੇਂ ਹੋਈ ਜਾ ਰਿਹਾ ਸਾਡਾ। ਫੁੱਲਾਂ ਵਰਗੀ ਜ਼ਿੰਦਗੀ ਸਾਡੀ ਬਣਾਤੀ ਪ੍ਰਮਾਤਮਾ ਨੇ, ਬਖਸ਼ ਇੰਨੀ ਕਿਰਪਾ ਕੀਤੀ ਗੁਰੂ ਮਹਾਰਾਜ ਨੇ। ਅਸੀਂ ਆਪਣੇ ਹੋਕਾ ਦੇਈ ਜਾਣਾ, ਡਿਊਟੀ ਜੋ ਲਾਈ ਪ੍ਰਭੂ ਨੇ ਹਨਾ, ਅਸੀਂ ਹੋਕਾ ਦੇਈ ਜਾਣਾ, ਨਾਮ ਜਪੋ, ਨਾਮ ਜਪੋ, ਬੰਦਗੀ ਕਰੋ।
ਜੇ ਦਾਸ ਦੀ ਜ਼ਿੰਦਗੀ ਫੁੱਲਾਂ ਵਾਲੀ ਬਣ ਸਕਦੀ, ਤੁਹਾਡੀ ਵੀ ਬਣ ਸਕਦੀ ਹੈ। ਜੇ ਦਾਸ ਨੂੰ ਪ੍ਰਮਾਤਮਾ ਨੇ ਬਾਦਸ਼ਾਹ ਬਣਾਇਆ, ਤੁਹਾਨੂੰ ਵੀ ਬਾਦਸ਼ਾਹ ਬਣਾ ਸਕਦਾ ਹੈ। ਇੱਕ ਵਾਰ ਸੱਚੇ ਦਿਲੋਂ ਸਮਰਪਣ ਕਰ ਦਿਓ ਆਪਣੇ ਉਹਦੀ ਚਰਨਾਂ ਦੇ ਵਿੱਚ, ਠੀਕ ਹੈ ਨਾ। ਤੇ ਸੱਚੇ ਦਿਲੋਂ ਭਗਤੀ ਰੋਜ਼ ਕਰੋ, ਰੋਜ਼ ਨੇਮ ਪੱਕਾ ਰੱਖ ਲਓ ਬਸ ਆਪਣਾ, ਠੀਕ ਹੈ। ਰੋਜ਼ ਅੱਜ ਦਾ ਕੰਮ ਅੱਜ ਹੀ ਕਰਨਾ ਹੈ, ਕੱਲ ਤੇ ਨਹੀਂ ਛੱਡਣਾ, ਠੀਕ ਹੈ। ਐਵੇਂ ਆਪਣੇ ਆਪ ਨੂੰ ਧੋਖਾ ਨਾ ਦਿਓ, ਆਪਣਾ ਸਮੇਂ ਨਾ ਖਰਾਬ ਕਰੋ। ਅੱਜ ਦਾ ਕੰਮ ਅੱਜ ਹੀ ਕਰੋ, ਭਗਤੀ ਅੱਜ ਹੀ ਹੋ ਸਕਦੀ ਹੈ, ਠੀਕ ਹੈ। ਕੰਮ ਜਿਹੜਾ ਮਰਜ਼ੀ ਰੁਕਦਾ ਰੁਕ ਜਾਵੇ, ਜੋ ਮਰਜ਼ੀ ਹੁੰਦਾ ਹੋਵੇ, ਇੱਕ ਵਾਰ ਨੇਮ ਪੱਕਾ ਬਣਾ ਲਓ। ਬੰਦਗੀ ਕਰਕੇ ਹੀ ਮੈਂ ਘਰ ਤੋਂ ਬਾਹਰ ਨਿਕਲਣਾ, ਬੰਦਗੀ ਕਰਕੇ ਹੀ ਮੈਂ ਕੰਮ ਕਰਨਾ, ਇੱਕ ਨੇਮ ਪੱਕਾ ਬਣਾ ਲਓ ਆਪਣਾ। ਅਸੀਂ ਐਵੇਂ ਸੋਚੀਏ ਨੇ ਮੈਂ ਆਹ ਕਰ ਦਿੱਤਾ, ਮੈਂ ਉਹ ਕਰਤਾ, ਮੈਂ ਮੂੰਹ ਕੁਛ ਨਹੀਂ ਇੱਥੇ। ਇੱਕ ਵਾਰ ਤੂੰ ਦੇ ਚਰਨਾਂ ਸਮਰਪਣ ਕਰਕੇ ਤਾਂ ਦੇਖੋ, ਤੂੰ ਕਹਿ ਕੇ ਤਾਂ ਦੇਖੋ, ਤੁਹਾਡੇ ਕਾਰੋਬਾਰ ਆਪੇ ਹੀ ਚੱਲਣੇ ਨੇ। ਸਭ ਕੁਝ ਕੰਮ ਕਰ ਆਪਣੇ ਆਪ ਹੋ ਜਾਣੀ ਹੈ, ਆਪ ਹੀ ਕਿਸ਼ਤਾਂ ਲੱਪਣੀ, ਆਪ ਹੀ ਕਲੈਕਸ਼ਨ ਹੋਣ ਲੱਗ ਪਾਣੀ ਹੈ। ਇੱਕ ਵਾਰ ਗੁਰੂ ਦੇ ਸੱਚੇ ਦਿਲੋਂ, ਗੁਰੂ ਦੇ ਹੁਕਮ ਅਨੁਸਾਰ ਭਗਤੀ ਕਰੋ ਤਾਂ ਸਹੀ, ਬੰਦਗੀ ਕਰੋ ਤਾਂ ਸਹੀ, ਰੋਜ਼ ਸਿਮਰਨ ਕਰੋ। ਦਾਸ ਦੇ ਕੁਝ ਬੋਲਣ ਦੇ ਵਿੱਚ ਗਲਤੀ ਹੋ ਗਈ ਹੋਵੇ, ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾਫ ਕਰ ਦੇਣਾ। ਦਾਸ ਇੰਨਾ ਗਿਆਨੀ ਨਹੀਂ ਹੈਗਾ, ਇੰਨਾ ਜਿੰਨਾ ਵਿੱਚ ਥੋੜਾ ਬਹੁਤਾ ਅਨੁਭਵ ਹੁੰਦਾ, ਆਪ ਜੀ ਨਾਲ ਸਾਂਝਾ ਕਰਦਾ, ਵਿਚਾਰ ਕਰਦਾ ਆਪ ਦੇ ਨਾਲ, ਕਿ ਆਪ ਜੀ ਕਿਤੇ ਨਾ ਕਿਤੇ ਗੱਲ ਬਣ ਜਾਵੇ। ਕਿਉਂਕਿ ਸੰਸਾਰ ਦੇ ਵਿੱਚ ਹਨਾ ਬਹੁਤ ਧੋਖਾਧੜੀ ਹੈਗੀ ਆ, ਧੋਖਾ ਬਹੁਤ ਹੋ ਰਿਹਾ, ਹਰ ਬੰਦਾ ਇੱਕ ਦੂਜੇ ਲੁੱਟਣ ਨੂੰ ਫਿਰਦਾ ਪਿਆ ਹਨਾ। ਤੇ ਇਸ ਕਰਕੇ ਸੱਚੇ ਗਿਆਨ ਦੀ ਪ੍ਰਾਪਤ ਕਰ ਲਓ, ਰੋਜ਼ ਅਭਿਆਸ ਕਰਾਂਗੇ, ਰੋਜ਼ ਬੰਦਗੀ ਕਰਾਂਗੇ, ਸਿਮਰਨ ਕਰਾਂਗੇ, ਸੱਚ ਦਾ ਪਤਾ ਲੱਗੇਗਾ, ਸੱਚ ਦੇ ਨਾਲ ਜੁੜਾਂਗੇ, ਸੱਚ ਦਾ ਪਤਾ ਲੱਗੇਗਾ, ਅਨੁਭਵ ਆਪਣਾ ਹੋਵੇਗਾ, ਠੀਕ ਹੈ। ਫਿਰ ਕੋਈ ਸਾਡੇ ਨਾਲ ਕੋਈ ਛਲ ਨਹੀਂ ਕਰ ਸਕਦਾ, ਕੋਈ ਆਪਣੇ ਆਪ ਨੂੰ ਇਹੋ ਜਿਹਾ ਬਣਾ ਲਓ। ਨਹੀਂ ਤਾਂ ਜਦ ਤੱਕ ਤੁਸੀਂ ਅਗਿਆਨੀ ਹੋ, ਅਗਿਆਨਤਾ ਉਦੋਂ ਤੱਕ ਤੁਹਾਡਾ ਲੋਕ ਸ਼ੋਸ਼ਣ ਕਰਦੇ ਰਹੋਗੇ, ਠੀਕ ਹੈ, ਤੁਹਾਡਾ ਫਾਇਦਾ ਲੋਕ ਉਠਾਉਂਦੇ ਰਹੋਗੇ ਜਦ ਤੱਕ ਤੁਸੀਂ ਅਗਿਆਨੀ ਹੈ। ਜਦੋਂ ਤੁਹਾਨੂੰ ਗਿਆਨ ਪ੍ਰਾਪਤ ਹੋ ਗਿਆ, ਠੀਕ ਹੈ ਨਾ, ਸੱਚੇ ਆਨੰਦ ਦੀ ਪ੍ਰਾਪਤ ਹੋਗੀ, ਤਾਂ ਕੋਈ ਵੀ ਤੁਹਾਡਾ ਸ਼ੋਸ਼ਣ ਨਹੀਂ ਕਰ ਸਕਦਾ, ਕੋਈ ਵੀ ਤੁਹਾਡੇ ਨਾਲ ਧੋਖਾ ਨਹੀਂ ਕਰ ਸਕਦਾ। ਬਸ ਅਨੁਭਵ ਕਰੋ, ਗਿਆਨ ਦੀ, ਸੱਚੇ ਗਿਆਨ ਦੀ ਪ੍ਰਾਪਤੀ ਕਰੋ, ਰੋਜ਼ ਭਗਤੀ ਕਰਾਂਗੇ ਤਾਂ ਹੀ ਤੁਹਾਨੂੰ ਸੱਚ ਦਾ ਪਤਾ ਲੱਗੇਗਾ, ਠੀਕ ਹੈ ਨਾ। ਰੋਜ਼ ਬੰਦਗੀ ਕਰੋ, ਆਪਣਾ ਸਿਮਰਨ ਕਰੋ, ਆਪ ਵੀ ਬੈਠੋ, ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਬੰਦਗੀ ਕਰਾਇਆ ਕਰੋ, ਰੋਜ਼ ਸਿਮਰਨ ਕਰਾਇਆ ਕਰੋ, ਠੀਕ ਹੈ। ਬੱਚਿਆਂ ਨੂੰ ਕੁਝ ਨਾ ਕੋਈ ਲਾਲਚ ਦਿਆ ਕਰੋ, ਛੋਟੇ ਬੱਚਿਆਂ ਨੂੰ ਟੋਫੀਆਂ ਦਾ ਲਾਲਚ ਦੇਤਾ, ਚੋਕਲੇਟ ਦਾ ਲਾਲਚ ਦੇਤਾ ਹੈ ਨਾ, ਜਾਂ 10 ਰੁਪਏ ਦਾ ਲਾਲਚ ਦੇਤਾ, ਕੁਛ ਨਾ ਕੁਛ ਲਾਲਚ ਦੇ ਕੇ ਬੱਚਿਆਂ ਕੋਲੋਂ ਭਗਤੀ ਕਰਾਇਆ ਕਰੋ। ਕੱਚੇ ਭਾਂਡੇ ਆ, ਛੋਟੇ ਆ, ਅੱਜ ਉਹ ਭਗਤੀ ਕਰਨ ਲੱਗ ਜਗੇ ਤਾਂ ਕੱਲ੍ਹ ਵੱਡੇ ਹੋ ਕੇ ਤਾਂ ਫਿਰ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ, ਠੀਕ ਹੈ ਨਾ। ਬਾਬਾ ਫਰੀਦ ਜੀ ਨੂੰ ਉਹਨਾਂ ਦੀ ਮਾਤਾ ਜੀ ਨੇ ਗੁੜ ਦਾ ਲਾਲਚ ਦਿੱਤਾ ਸੀ, ਰੋਜ਼ ਗੁੜ ਰੱਖਦੇ ਹੁੰਦੇ ਸੀ ਹੈ ਨਾ। ਸਵੇਰੇ ਉੱਠਦੇ ਹੁੰਦੇ ਸੀ ਤਾਂ ਦੇ ਸਰਾਣੇ ਥੱਲੇ ਗੁੜ ਹੁੰਦਾ ਸੀ, ਉਹ ਰੋਜ਼ ਬੰਦਗੀ ਕਰਦੇ ਸੀ। ਅਸੀਂ ਅੱਜ ਬਾਬਾ ਫਰੀਦ ਜੀ ਨੂੰ ਯਾਦ ਕਰਦੇ ਹਾਂ, ਠੀਕ ਹੈ ਨਾ। ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਤੁਸੀਂ ਲਾਲਚ ਦਿਓ, ਕੋਈ ਨਾ ਕੋਈ ਚੀਜ਼ ਮੰਗਦਾ ਦੇ ਦਿਓ, ਠੀਕ ਹੈ ਨਾ। ਪਰ ਉਹਨੂੰ ਕਿਹਾ ਪਹਿਲਾਂ ਬੰਦਗੀ ਕਰ, ਸਿਮਰਨ ਕਰ ਵੀ, ਠੀਕ ਹੈ ਨਾ। ਜਿਸ ਵੀ ਤੁਸੀਂ ਧਰਮ ਨੂੰ ਬਿਲੋਂਗ ਕਰਦੇ ਹੋ, ਹਿੰਦੂ ਆ ਤਾਂ ਹਿੰਦੂ ਰਹੋ, ਮੁਸਲਮਾਨ ਰਹੋ, ਸਿੱਖ ਆ ਤਾਂ ਸਿੱਖ ਰਹੋ, ਈਸਾਈ ਆ ਤਾਂ ਈਸਾਈ ਰਹੋ। ਪਰਮਾਤਮਾ ਨੂੰ ਪਾਉਣ ਲਈ ਧਰਮ ਬਦਲਣ ਦੀ ਲੋੜ ਨਹੀਂ ਹੈ। ਬਦਲਣਾ ਕੀ ਹੈ? ਆਪਣੀ ਆਦਤਾਂ ਨੂੰ ਬਦਲੋ, ਆਪਣੇ ਵਿਚਾਰਾਂ ਨੂੰ ਬਦਲੋ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਠੀਕ ਹੈ। ਆਪ ਵੀ ਭਗਤੀ ਕਰੋ, ਆਪਣੇ ਬੱਚਿਆਂ को ਭਗਤੀ ਕਰੋ, ਠੀਕ ਹੈ। ਇੱਕ ਸਮਾਂ ਇਹੋ ਜਿਹਾ ਘਰ ਵਿੱਚ ਬਣਾਓ ਕਿ ਸ਼ਾਮ ਨੂੰ ਜਾਂ ਸਵੇਰੇ ਜਾਂ ਦੁਪਹਿਰ ਜਦੋਂ ਵੀ ਸਮਾਂ ਮਿਲਦਾ, ਸਾਰਾ ਪਰਿਵਾਰ ਬੈਠ ਕੇ ਅੱਧਾ ਘੰਟਾ 1 ਘੰਟਾ ਪ੍ਰਭੂ ਦੇ ਚਰਨਾਂ 'ਚ ਰਹਿ ਕੇ ਬੰਦਗੀ ਕਰਿਆ ਕਰੋ, ਸਿਮਰਨ ਦਾ ਅਭਿਆਸ ਕਰਿਆ ਕਰੋ। ਆਪਣਾ ਨੇਮ ਇੱਦਾਂ ਦਾ ਬਣਾਓ ਆਪਣਾ, ਫਿਰ ਤੁਹਾਡੇ ਬੱਚੇ ਵੀ ਤੁਹਾਡਾ ਕਹਿਣਾ ਮੰਨਣਗੇ, ਆਗਿਆਕਾਰੀ ਹੋਣਗੇ, ਹਨਾ। ਫਿਰ ਤੁਹਾਨੂੰ ਬੱਚੇ ਵੱਡੇ ਹੋ ਕੇ ਪਰੇਸ਼ਾਨ ਨਹੀਂ ਕਰਨਗੇ। ਜਦੋਂ ਕੱਚੇ ਭਾਂਡੇ ਆ, ਛੋਟੇ ਬੱਚੇ ਬਚਪਨ ਹੁੰਦਾ, ਉਹਨੂੰ ਉਦੋਂ ਢਾਲਣਾ ਸ਼ੁਰੂ ਕਰ ਲਓ। ਅਸੀਂ ਜਦੋਂ ਬੱਚੇ ਛੋਟੇ ਹੁੰਦੇ ਅਸੀਂ ਕੇਅਰ ਨਹੀਂ ਕਰਦੇ, ਧਿਆਨ ਨਹੀਂ ਦਿੰਦੇ, ਹਨਾ। ਜਦੋਂ ਵੱਡੇ ਹੋਏ ਤੰਗ ਪਰੇਸ਼ਾਨ ਕਰਦੇ ਆ, ਫਿਰ ਅਸੀਂ ਬਾਬਿਆਂ ਕੋਲ ਜਾਂਦੇ ਆ, ਚੌਂਕੀਆਂ ਭਰਦੇ ਕਦੇ ਕਿਤੇ ਜਾ ਕੇ, ਫਿਰ ਪੈਸਾ ਖਰਾਬ ਕਰਦੇ ਆ, ਸਮੇਂ ਖਰਾਬ ਕਰਦੇ ਆ, ਹਨਾ। ਇਹ ਤੁਹਾਡੇ ਹੱਥ ਆ, ਤੁਸੀਂ ਆਪਣੇ ਬੱਚਿਆਂ ਨੂੰ ਬਦਲਣਾ, ਤੁਹਾਡੇ ਹੱਥ ਆ ਇਹ, ਠੀਕ ਆ। ਅਸੀਂ ਬੱਚਿਆਂ ਦੇ ਕਰਮ ਨਹੀਂ ਬਦਲ ਸਕਦੇ, ਹਨਾ, ਪਰ ਉਹਨਾਂ ਨੂੰ ਕੁਛ ਨਾ ਕੁਛ ਢਾਲਣ ਦੀ ਕੋਸ਼ਿਸ਼ ਤਾਂ ਕਰ ਸਕਦੇ ਆ। ਇੱਕ ਨਾਮ 'ਚ ਇਹੋ ਜਿਹੀ ਸ਼ਕਤੀ ਆ, ਬੰਦਗੀ 'ਚ ਇਹੋ ਜਿਹੀ ਸ਼ਕਤੀ ਆ, ਸਿਮਰਨ ਵਿੱਚ ਇਹੋ ਜਿਹੀ ਤਾਕਤ ਆ ਕਿ ਉਹ ਵੱਡੇ ਵੱਡੇ ਕਰਮਾਂ ਨੂੰ ਵੀ ਕੱਟ ਸਕਦੀ ਆ, ਸੂਲੀ ਦੇ ਸੂਲ ਬਣਾ ਸਕਦੀ ਆ। ਇਹ ਹੱਥਾਂ ਲਕੀਰਾਂ ਨੂੰ ਬਦਲ ਸਕਦੀ ਹੈ। ਭਗਤੀ 'ਚ ਇਹੀ ਸ਼ਕਤੀ ਆ, ਬੰਦਗੀ 'ਚ ਇਹੋ ਜਿਹੀ ਸ਼ਕਤੀ ਆ, ਸਿਮਰਨ ਦੇ ਵਿੱਚ ਇਹੀ ਸ਼ਕਤੀ ਹੈ। ਤੇ ਆਪ ਵੀ ਸਿਮਰਨ ਕਰੋ, ਆਪਣੇ ਬੱਚਿਆਂ ਤੋਂ ਵੀ ਸਿਮਰਨ ਕਰਨਾ ਸ਼ੁਰੂ ਕਰੋ। ਸੰਸਾਰ 'ਚ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਨਾ ਹੋਵੇ, ਸੰਸਾਰ 'ਚ ਇਹੋ ਜਿਹਾ ਕੋਈ ਰੋਗ ਨਹੀਂ ਜਿਹਦੀ ਕੋਈ ਇਲਾਜ ਨਾ ਹੋਵੇ।
ਹਰ ਚੀਜ਼ ਦਾ ਇਲਾਜ ਆ, ਹਰ ਚੀਜ਼ ਦੀ ਦਵਾਈ ਆ, ਹਰ ਦੁੱਖ ਦਾ ਇਲਾਜ ਆ। ਪਰ ਇੱਕ ਸੱਚੇ ਦਿਲੋਂ ਬੰਦਗੀ ਕਰਕੇ ਦੇਖੋ, ਭਗਤੀ ਕਰਕੇ ਦੇਖੋ। ਗੁਰੂਦੇਵ ਤੁਹਾਡੇ ਗੁਰੂ ਨੇ ਸਿਰਫ ਤੁਹਾਨੂੰ ਇੱਕੋ ਕੰਮ ਦੇਣਾ ਕਿ ਬੇਟੇ ਬੰਦਗੀ ਕਰੋ, ਬੰਦਗੀ ਕਰੋ। ਉਹ ਵੀ ਬੰਦਗੀ ਤੁਸੀਂ ਆਪਣੇ ਘਰਾਂ 'ਚ ਬੈਠ ਕੇ ਕਰਨੀ ਹੈ, ਠੀਕ ਹੈ ਨਾ। ਸਵੇਰੇ ਉੱਠੋ, ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰੋ। ਤੁਹਾਨੂੰ ਇਹਦਾ ਫਾਇਦਾ, ਬੰਦਗੀ ਤੁਹਾਨੂੰ ਹੀ ਫਾਇਦਾ। ਰੋਜ਼ ਅਭਿਆਸ ਕਰੋ ਤਾਂ ਸਹੀ। ਇੱਕ ਕੰਮ ਕਹਿੰਦੇ ਆ, ਨਾ ਤੁਹਾਡਾ ਪੈਸਾ ਖਰਚ ਹੋਣਾ, ਨਾ ਤੁਹਾਡਾ ਸਮੇਂ ਖਰਾਬ ਹੋਣਾ, ਠੀਕ ਹੈ ਨਾ ਕਿਤੇ ਜਾਣ ਦੀ ਲੋੜ। ਜਿੱਥੇ ਸਮਾਂ ਮਿਲਦਾ ਬਹਿ ਜਾਓ, ਬਸ ਬੰਦਗੀ ਕਰੋ ਆਪਣੀ। ਹਰ ਸਵਾਲ ਦਾ ਤੁਹਾਨੂੰ ਜਵਾਬ ਮਿਲ ਜਾਣਾ। ਫਿਰ ਜੇ ਤੁਸੀਂ ਭਗਤੀ ਕਰੋਗੇ, ਰੋਜ਼ ਅਭਿਆਸ ਕਰੋਗੇ, ਤਾਂ ਤੁਹਾਡਾ ਗੁਰੂ ਖੁਸ਼ ਹੋਵੇਗਾ। ਗੁਰੂ ਖੁਸ਼ ਹੋ ਕੇ ਬਖਸ਼ਿਸ਼ ਕਰੇਗਾ, ਕਿਰਪਾ ਕਰੇਗਾ, ਫਿਰ ਤੁਹਾਨੂੰ ਪਰਮਾਤਮਾ ਦਾ ਹੀ ਮਿਲਾ ਦੇਗਾ। ਸੰਸਾਰ ਜਿਹੜੇ ਕੰਮ ਧੰਦੇ ਤੁਹਾਡੇ ਆਟੋਮੈਟਿਕ ਚੱਲਣ ਲੱਗ ਪੈਣੇ ਆ। ਤੁਹਾਡੇ ਸੰਸਾਰ ਦੀ 90% ਟੈਨਸ਼ਨਾਂ ਆਪਣੇ ਆਪ ਹੀ ਖਤਮ ਹੋ ਜਾਣੀਆਂ। ਇੱਕ ਸੱਚੇ ਦਿਲੋਂ ਕਰਕੇ ਦੇਖੋ, ਕਰਕੇ ਦੇਖੋ। ਇਹ ਕਰਨੀ ਦਾ ਮਾਰਗ ਆ, ਠੀਕ ਹੈ ਨਾ। ਬਸ ਮੇਰੀ ਆਪਦੇ ਚਰਨਾਂ 'ਚ ਬੇਨਤੀ ਆ। ਮੈਨੂੰ ਉਮੀਦ ਆ ਕਿ ਤੁਸੀਂ ਕੁਝ ਕਰ ਸਕਦੇ ਹੋ, ਠੀਕ ਹੈ। ਰੋਜ਼ ਕਹਿੰਦੇ ਰੋਜ਼ ਖੜਕਾਉਂਦੇ ਰਹੋ, ਕਿਸੇ ਘਰ ਦਰਵਾਜ਼ਾ ਖੜਕਾਉਂਦੇ ਰਹੋ, ਉਹ ਕਦੇ ਤਾਂ ਖੋਲੂਗਾ ਹੀ, ਠੀਕ ਹੈ ਨਾ। ਜੇ ਪੱਥਰ ਦੇ ਉੱਤੇ ਕੋਈ ਬੂੰਦ ਰੋਜ਼ ਪਾਣੀ ਦੀ ਗਿਰਦੀ ਰਹੋ, ਪਾਣੀ ਪੱਥਰ ਨੂੰ ਵੀ ਪਾੜ ਦਿੰਦੀ ਆ, ਪੱਥਰ 'ਚ ਵੀ ਛੇਦ ਕਰ ਦਿੰਦੀ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਅਸੀਂ ਵੀ ਹੋਕਾ ਦਿੰਦੇ ਰਹਿਣਾ, ਜਾਗੋ ਵੀ ਜਾਗੋ, ਸਿਮਰਨ ਕਰੋ। ਉਹ ਕਦੇ ਤਾਂ ਤੁਸੀਂ ਸਿਮਰਨ ਕਰੋਗੇ ਹੀ, ਉਮੀਦ ਆ ਸਾਨੂੰ। ਅਸੀਂ ਰੋਜ਼ ਹੀ ਹੋਕਾ ਦਿੰਦੇ ਰਹਿਣਾ, ਨਾਮ ਜਪੋ। ਤੁਹਾਨੂੰ ਵੀ ਫਾਇਦਾ ਇਹਦਾ, ਮੈਨੂੰ ਵੀ ਕੋਈ ਫਾਇਦਾ ਨਹੀਂ ਹੈ, ਗੁਰੂ ਮਹਾਰਾਜ ਨੂੰ ਕੋਈ ਫਾਇਦਾ ਨਹੀਂ ਹੈਗਾ, ਪਰਮਾਤਮਾ ਨੂੰ ਕੋਈ ਫਾਇਦਾ ਨਹੀਂ ਹੈਗਾ। ਫਾਇਦਾ ਤੁਹਾਨੂੰ ਹੀ ਹੋਣਾ, ਠੀਕ ਹੈ ਨਾ। ਇਹ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੋ ਸਮੇਂ ਬੀਤ ਗਿਆ ਉਹ ਵਾਪਸ ਨਹੀਂ ਆਣਾ। ਜੋ ਸਮੇਂ ਚੱਲਦਾ ਉਹਦਾ ਆਨੰਦ ਲੈਣ ਦੀ ਕੋਸ਼ਿਸ਼ ਕਰੋ, ਆਉਣ ਵਾਲੀ ਚਿੰਤਾ ਨਾ ਕਰੋ, ਠੀਕ ਹੈ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਦਾਸ ਦੇ ਕੋਈ ਬੋਲਣ ਵਿੱਚ ਗਲਤੀ ਹੋਵੇ, ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾਫ ਕਰ ਦੇਣਾ, ਠੀਕ ਹੈ। ਔਰ ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ।